जय गुरु जी। सारी संगत ਨੂੰ ਪ੍ਰਣਾਮ, ਗੁਰੂ ਚਰਨਾਂ 'ਚ ਪ੍ਰਣਾਮ। ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ। ਅੱਜ ਫਿਰ ਮੌਕਾ ਦਿੱਤਾ ਹੈ ਮਹਾਰਾਜ ਦੇ ਗੁਣ ਗਾਉਣ ਦਾ। ਮਹਾਰਾਜ ਦੇ ਗੁਣ ਗਾਉਂਦੇ ਰਹੀਏ, ਇਸ ਤੋਂ ਵੱਡੀ ਹੋਰ ਕੋਈ ਸਾਡੇ ਵਾਸਤੇ ਦਾਤ ਨਹੀਂ। ਸਤਸੰਗ ਮੈਂ ਪੰਜਾਬੀ ਸ਼ੇਅਰ ਕਰਾਂਗਾ ਜੀ, ਪਲੀਜ਼, ਕੋਈ ਪ੍ਰੋਬਲਮ ਤਾਂ ਨਹੀਂ। ਸ਼ੁਕਰ ਹੈ ਮਾਲਿਕ ਦਾ ਜੀ, ਬਹੁਤ ਕਿਰਪਾ ਜੀ। ਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਆਪਣੇ ਨਾਲ ਜੋੜਿਆ, ਆਪਣੇ ਚਰਨਾਂ ਨਾਲ ਜੋੜਿਆ। ਇਸ ਤੋਂ ਵੱਡੀ ਹੋਰ ਕੀ ਸੌਗਾਤ ਹੋ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਆਪਣੇ ਵੱਡੇ ਭਾਈ ਸਾਹਿਬ ਪੁਸ਼ਕਰਨ ਅੰਕਲ ਦਾ ਥੈਂਕਸ ਕਰਦਾ, ਜਿਨ੍ਹਾਂ ਨੇ ਸਾਨੂੰ ਗੁਰੂ ਮਹਾਰਾਜ ਨਾਲ ਜੋੜਿਆ, ਕਿਉਂਕਿ ਕੋਈ ਨਾ ਕੋਈ ਮਾਧਿਅਮ ਹੁੰਦਾ ਜਿਹਦੇ ਨਾਲ ਅਸੀਂ ਜੁੜ ਸਕਦੇ ਹਾਂ। ਅਦਰਵਾਈਜ਼ ਮਹਾਰਾਜ ਦੀ ਮੌਜ ਹੈ ਕਿ ਸਾਨੂੰ ਉਹਨਾਂ ਨੇ ਚੁਣਿਆ, ਆਪਣੇ ਨਾਲ ਜੋੜਿਆ। ਭਾਈ ਸਾਹਿਬ 2004 ਦੇ ਗੁਰੂ ਜੀ ਨਾਲ ਜੁੜੇ ਹੋਏ ਸੀ। ਉਹ ਸਾਨੂੰ ਕਈ ਵਾਰੀ ਕਹਿੰਦੇ ਸੀ ਕਿ ਬੇਟਾ ਗੁਰੂ ਜੀ ਹੈਗੇ ਨੇ, ਤੁਸੀਂ ਉੱਥੇ ਆਇਆ ਕਰੋ। ਸਾਡੀ ਪ੍ਰੋਬਲਮ ਇਹੀ ਸੀ ਕਿ ਅਸੀਂ ਐਡੀ ਜਲਦੀ ਇਨਸਾਨੀ ਜੀਵ ਹਾਂ, ਐਡੀ ਜਲਦੀ ਕਿਸੇ ਨੂੰ ਵੀ ਉਹ ਦਰਜਾ ਨਹੀਂ ਦੇ ਸਕਦੇ ਪਰਮਾਤਮਾ ਦਾ। ਸੋ ਅਸੀਂ ਕਈ ਵਾਰੀ ਉਹਨਾਂ ਨੇ ਕਹਿਣਾ ਕਿ ਰਮੇਸ਼ ਤੂੰ ਆ ਜ਼ਰੂਰ ਲੁਧਿਆਣਿਓਂ, ਇੱਥੇ ਆ ਗੁਰੂ ਜੀ ਕੋਲ। ਸਾਡੇ ਗੁਰੂ ਜੀ ਨੇ, ਸਾਡੇ ਪੇਰੈਂਟਸ ਭਾਈ ਸਾਹਿਬ ਦੋਨੋਂ ਗੁੜਗਾਉਂ ਹੀ ਰਹਿੰਦੇ ਨੇ, ਔਰ ਐਵਰੇਜ ਗੁੜਗਾਉਂ ਚੱਕਰ ਲੱਗਦਾ ਰਹਿੰਦਾ ਸੀ। 2005 'ਚ ਅਸੀਂ ਜਦੋਂ ਗੁੜਗਾਉਂ ਗਏ ਮਹਾਰਾਜ ਭਾਈ ਸਾਹਿਬ ਕੋਲ, ਤੇ ਅਸੀਂ ਸਾਰੀ ਫੈਮਿਲੀ ਅੰਪਾਇਰ ਸਟੇਟ 'ਚ ਮਹਾਰਾਜ ਦੇ ਦਰਸ਼ਨ ਕਰਨ ਲਈ ਗਏ। ਜਾ ਕੇ ਮਹਾਰਾਜ ਦੇ ਦਰਬਾਰ 'ਚ ਹਾਜ਼ਰੀ ਦਿੱਤੀ, ਚਰਨਾਂ 'ਚ ਬੈਠੇ। ਉਸ ਟਾਈਮ ਤੇ ਮਹਾਰਾਜ ਜਿਹੜੀ ਬੱਚਿਆਂ ਨੂੰ ਔਰ ਨਵੀਂ ਜਿਹੜੀ ਪੁਰਾਣੀ ਸੰਗਤ ਹੈ ਉਹਨਾਂ ਨੂੰ ਉੱਪਰ ਭੇਜ ਦਿੰਦੇ ਸੀਗੇ ਅੰਪਾਇਰ ਸਟੇਟ, ਔਰ ਨਵੀਂ ਸੰਗਤ ਨੂੰ ਆਪਣੇ ਚਰਨਾਂ 'ਚ ਬਿਠਾਉਂਦੇ ਸੀਗੇ। ਮੈਂ, ਮੇਰੀ ਵਾਈਫ, ਮੇਰੀ ਆਂਟੀ, ਮੀਨਸ ਉਹ ਬੱਚੇ ਅਸੀਂ ਨਾਲ ਗਏ। ਮੇਰੀ ਆਂਟੀ ਨੂੰ ਗੁਰੂ ਜੀ ਨੇ ਉੱਪਰ ਭੇਜ ਦਿੱਤਾ ਔਰ ਮੈਂ ਗੁਰੂ ਚਰਨਾਂ 'ਚ ਥੱਲੇ ਬੈਠ ਗਿਆ। ਉੱਪਰ ਬੱਚੇ ਕਾਫੀ ਰੌਲਾ ਪਾ ਰਹੇ ਸੀਗੇ, ਪਰ ਆਂਟੀ ਦਾ ਕੋਈ ਇੰਨਾ ਉੱਥੇ ਕਨੈਕਸ਼ਨ ਨਹੀਂ ਬਣ ਸਕਿਆ, ਔਰ ਨਾ ਹੀ ਮੇਰਾ ਕੋਈ ਕਨੈਕਸ਼ਨ ਬਣ ਸਕਿਆ। ਮਹਾਰਾਜ ਦੇ ਚਿਹਰੇ ਵੱਲ ਦੇਖੀ ਜਾਵਾਂ, ਉਹ ਨੂਰ ਬਹੁਤ ਜ਼ਿਆਦਾ ਸੀ, ਪਰ ਮਨ ਦੇ ਵਿੱਚ ਇੱਕੋ ਜਵਾਬ, ਇਹੀ ਕੁਐਸਚਨ ਕਿ ਤੁਸੀਂ ਕੌਣ ਹੋ। ਕਾਫੀ ਦੇਰ ਇਹੀ ਕਸ਼ਮਕਸ਼ ਚੱਲਦੀ ਰਹੀ, ਕਿਉਂਕਿ ਲੋਕ ਕਹਿੰਦੇ ਨੇ, ਸੰਗਤ, ਪੁਰਾਣੀ ਸੰਗਤ ਇਹੀ ਕਹਿੰਦੇ ਨੇ ਕਿ ਅਸੀਂ ਮਹਾਰਾਜ ਵੱਲ ਨਹੀਂ ਸੀ ਦੇਖਦੇ, ਕਿ ਮਹਾਰਾਜ ਨੇ ਜੇ ਕਿਤੇ ਸਾਡੇ ਨਾਲ ਅੱਖ ਮਿਲਾ ਲਈ ਤਾਂ ਸ਼ਾਇਦ ਹਰ ਇੱਕ ਨੂੰ ਆਪਣੇ ਕਰਮਾਂ ਦਾ ਪਤਾ ਹੁੰਦਾ ਹੈ ਕਿ ਕਿਤੇ ਕੋਈ ਆਪਣੀ ਫਾਈਲ ਨਾ ਖੋਲ ਦੇਣ ਮਹਾਰਾਜ। ਤਾਂ ਕੋਈ ਵੀ ਮਹਾਰਾਜ ਨਾਲ ਅੱਖ ਨਹੀਂ ਸੀ ਮਿਲਾਉਂਦਾ ਹੁੰਦਾ, ਪਰ ਪਤਾ ਨਹੀਂ ਕਿਉਂ ਮਹਾਰਾਜ ਨੇ ਇੰਨੀ ਇੱਕ ਸ਼ਕਤੀ ਦਿੱਤੀ ਹੋਈ ਸੀ ਕਿ ਮੈਂ ਮਹਾਰਾਜ ਦੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ 'ਚ ਰਹਿੰਦਾ ਸੀ। ਸਤਸੰਗ ਖਤਮ ਹੋਇਆ, ਲੰਗਰ ਆਇਆ। ਪਹਿਲੀ ਵਾਰ ਲੰਗਰ ਕੀਤਾ, ਪਤਾ ਲੱਗਾ ਇੱਕ ਥਾਲੀ 'ਚ 4 ਜਿਹਨੇ ਖਾਂਦੇ ਨੇ। ਸਾਰਿਆਂ ਨੇ, ਜਿਹੜੀ ਸੰਗਤ ਸਾਹਮਣੇ ਬੈਠੀ ਸੀ, ਲੰਗਰ ਪ੍ਰਸ਼ਾਦ ਕੀਤਾ। ਅਸੀਂ ਘਰ ਨੂੰ ਵਾਪਸ ਆਏ ਤੇ ਮੇਰੀ ਆਂਟੀ ਨੇ ਕਿਹਾ ਕਿ ਮੇਰਾ ਅੱਜ ਵਰਤ ਸੀਗਾ, ਮੈਂ ਖਾਲੀ ਲੱਡੂ ਪ੍ਰਸ਼ਾਦ ਹੀ ਖਾਧਾ, ਮੈਂ ਲੰਗਰ ਨਹੀਂ ਕੀਤਾ। ਅਸੀਂ ਛੁੱਟੀਆਂ ਸੀਗੀਆਂ, ਵਾਪਸ ਲੁਧਿਆਣਾ ਜਦੋਂ ਵਾਪਸ ਆਏ, ਥੋੜੇ ਦਿਨਾਂ ਬਾਅਦ ਹੀ, ਕੁਝ ਦਿਨ ਦੀ ਗੱਲ ਹੈ, ਹਫ਼ਤਾ ਕੁ ਬੀਤਿਆ ਹੋਣਾ, ਕਿ ਮੇਰੀ ਆਂਟੀ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਬੁਖਾਰ ਵੀ ਇਸ ਤਰ੍ਹਾਂ ਕਿ 104 105 ਡਿਗਰੀ ਤੋਂ ਡਾਊਨ ਹੀ ਨਾ ਆਵੇ। ਅਸੀਂ ਬਹੁਤ ਪਰੇਸ਼ਾਨ, ਕਈ ਡਾਕਟਰਾਂ ਨੂੰ ਦਿਖਾ ਲਿਆ, ਹਰ ਇੱਕ ਦਾ ਆਪਣਾ ਵਿਊ। ਕੋਈ ਇਹ ਪ੍ਰੋਬਲਮ ਲੱਗਦੀ ਹੈ, ਕੋਈ ਪ੍ਰੋਬਲਮ ਦੱਸੇ, ਮਤਲਬ ਕੋਈ ਡਾਇਗਨੋਜ਼ ਵੀ ਨਾ ਪ੍ਰੋਪਰ ਕਰ ਸਕੇ, ਔਰ ਨਵੇਂ ਤੋਂ ਨਵੇਂ ਟੈਸਟ ਲਿਖ ਕੇ ਦੇਈ ਜਾਵੇ। ਅਸੀਂ ਬਹੁਤ ਪਰੇਸ਼ਾਨ। ਬੱਚੇ ਬਹੁਤ ਛੋਟੇ ਸੀਗੇ, ਵਾਈਫ ਨੂੰ ਸੰਭਾਲਣਾ, ਆਪਣੇ ਆਪ ਨੂੰ ਸੰਭਾਲਣਾ, ਬੱਚਿਆਂ ਨੂੰ ਸੰਭਾਲਣਾ, ਕਿਉਂਕਿ ਅਸੀਂ ਲੁਧਿਆਣੇ ਇਕੱਲੇ ਰਹਿੰਦੇ ਹਾਂ। ਵਾਈਫ ਦਾ ਬੁਖਾਰ ਘਟਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਵੋਮਟਿੰਗਸ, ਬੁਖਾਰ, ਵੋਮਟਿੰਗ, ਬੁਖਾਰ, ਸਾਰਾ ਦਿਨ, ਸਾਰੀ ਰਾਤ ਬੈਠੇ ਰਹਿਣਾ ਇਹਦੇ ਕੋਲ। ਦਵਾਈਆਂ ਚੱਲ ਰਹੀਆਂ ਸੀ, ਪਰ ਕੋਈ ਅਸਰ ਹੁੰਦਾ ਸੀ ਘੰਟਾ ਡੇਢ ਘੰਟਾ, ਫਿਰ ਉਹੀ ਪੋਜੀਸ਼ਨ ਹੋ ਜਾਂਦੀ ਸੀ। 4-5 ਦਿਨ ਬਾਅਦ ਰਾਤ ਨੂੰ ਮੈਂ ਬੈਠਾ ਸੀ, 2-2:30 ਵਜੇ ਦਾ ਟਾਈਮ ਸੀਗਾ, ਕਿਉਂਕਿ ਸਾਰੀ ਰਾਤ ਬੈਠਾ ਹੀ ਰਹਿੰਦਾ ਸੀਗਾ ਵਾਈਫ ਦੇ ਕੋਲ, ਕਿ ਵੋਮਟਿੰਗਸ ਪਤਾ ਨਹੀਂ ਕਿਦੋਂ ਹੋ ਜਾਣੀ ਹੈ, ਜਾਂ ਬੁਖਾਰ ਜੇ ਵਧਿਆ, ਪੱਟੀਆਂ ਕਰਨੀ ਹੈ ਜਾਂ ਦਵਾਈ ਦੇਣੀ ਹੈ। ਅਪਰੋਕਸੀਮੇਟ 2-2:30 ਵਜੇ ਦਾ ਟਾਈਮ ਸੀਗਾ। ਮੇਰੀ ਵਾਈਫ ਇੱਕਦਮ ਉੱਠ ਕੇ, ਤੜਪ ਕੇ ਉੱਠੀ, ਔਰ ਉਹ ਬੜੇ ਜ਼ੋਰ ਦੀ, ਬਹੁਤ ਘਬਰਾਈ ਹੋਈ ਸੀ, ਔਰ ਉਹਦੇ ਹੱਥ 'ਚ ਇੱਕ ਟਾਵਲ, ਜੋ ਹੈਂਡ ਟਾਵਲ ਹੁੰਦਾ, ਉਹ ਬੜੀ ਜ਼ੋਰ ਦੀ ਕੁੱਟ ਕੇ ਫੜਿਆ ਆਇਆ ਸੀਗਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿਣ ਲੱਗੀ ਕੋਈ ਗੱਲ ਤਾਂ ਨਹੀਂ ਹੋਈ, ਪਰ ਗੁਰੂ ਜੀ ਆਏ ਸੀਗੇ। ਆਈ ਸ਼ੌਕਡ ਕਿ ਗੁਰੂ ਜੀ ਕੌਣ ਆਏ ਸੀ? ਕਹਿੰਦੇ ਜੀ ਗੁਰੂ ਮਹਾਰਾਜ ਆਏ ਸੀਗੇ, ਔਰ ਆ ਕੇ ਮੈਨੂੰ ਕਹਿਣ ਲੱਗੇ ਚੱਲ ਆਂਟੀ ਤੈਨੂੰ ਮੈਂ ਲੈਣ ਆਇਆ ਵਾਂ। ਬੜੀ ਸੋਚ ਪੈ ਗਈ ਕਿ ਗੁਰੂ ਜੀ ਮੈਂ ਤੁਹਾਡੇ ਕੋਲ ਫਸਟ ਟਾਈਮ ਆਈ ਹਾਂ, ਮੈਂ ਆਪਣੀ ਕੁਝ ਪ੍ਰੋਬਲਮਸ ਲੈ ਕੇ ਆਈਆਂ ਸੀ, ਉਹ ਤੁਸੀਂ ਮੈਂ ਕਹਿੰਦੇ ਉਹ ਮੈਂ ਤੈਨੂੰ ਲੈਣ ਆਇਆ ਵਾਂ। ਕਹਿੰਦੇ ਚੱਲ ਮੈਂ ਤੈਨੂੰ ਲੈਣ ਆਇਆ। ਗੁਰੂ ਜੀ ਨੇ 2-3 ਵਾਰ ਮੇਰੀ ਆਂਟੀ ਨੂੰ ਕਿਹਾ ਕਿ ਚੱਲ ਮੈਂ ਤੈਨੂੰ ਲੈਣ ਆਇਆ, ਤੇ ਉਹ ਕਹਿਣ ਲੱਗੀ ਮੇਰੇ ਤਾਂ ਬੱਚੇ ਬਹੁਤ ਛੋਟੇ ਨੇ, ਮੈਂ ਤਾਂ ਆਪਣੇ ਬੇਟੇ ਵਾਸਤੇ ਆਈ ਸੀ ਕਿ ਬੇਟਾ ਮੇਰਾ ਸ਼ਰਾਰਤੀ ਹੈ, ਪੜ੍ਹਾਈ ਹੈ ਬਹੁਤ ਟੈਲੈਂਟਡ, ਬਟ ਪੜ੍ਹਾਈ 'ਚ ਧਿਆਨ ਨਹੀਂ ਸੀ ਦਿੰਦਾ। ਮਾਂ ਪਿਓ ਨੂੰ ਇਹੀ ਇੱਛਾ ਹੁੰਦੀ ਕਿ ਬੱਚੇ ਪੜ੍ਹ ਜਾਣ, ਤੇ ਉਹ ਕਹਿਣ ਲੱਗੀ ਕਿ ਮੈਂ ਤਾਂ ਤੁਹਾਡੇ ਵਾਸਤੇ ਆਈ ਸੀ, ਆਪਣੇ ਬੇਟੇ ਵਾਸਤੇ, ਉਹ ਤੁਸੀਂ ਕਹਿ ਰਹੇ ਹੋ ਕਿ ਮੈਂ ਤੈਨੂੰ ਲੈਣ ਆ ਰਿਹਾ, ਮੈਂ ਨਹੀਂ ਤੁਹਾਡੇ ਨਾਲ ਜਾਣਾ। ਕਾਫੀ ਦੇਰ ਤੱਕ ਕਨਵਰਸੇਸ਼ਨ ਹੁੰਦੀ ਰਹੀ। ਗੁਰੂ ਜੀ ਕਹਿੰਦੇ ਚੱਲ, ਉਹ ਕਹਿੰਦੀ ਮੈਂ ਨਹੀਂ ਜਾਣਾ। ਗੁਰੂ ਜੀ ਕਹਿਣ ਲੱਗੇ ਅੱਛਾ ਨਹੀਂ ਜਾਣਾ, ਚੱਲ ਫਿਰ ਲਿਆ ਵਿਸ਼ੂ ਦਾ ਹੱਥ ਫੜਾ ਤੇ ਮੇਰੇ ਮਗਰ ਆ ਜਾ। ਗੁਰੂ ਜੀ ਨੇ ਬੇਟੇ ਦਾ ਹੱਥ ਫੜਿਆ,
ਤੇ ਗੁਰੂ ਜੀ ਅੱਗੇ ਨਿਕਲਣਾ ਸ਼ੁਰੂ ਹੋ ਗਏ ਤੇ ਮੇਰੀ ਆਂਟੀ ਗੁਰੂ ਜੀ ਦੇ ਪਿੱਛੇ ਪਿੱਛੇ ਚੱਲਣਾ ਸ਼ੁਰੂ ਹੋ ਗਈ। ਸੰਗਤ ਜੀ, ਜਿੰਨੀ ਸੰਗਤ ਦੇ ਦਰਸ਼ਨ ਅਸੀਂ ਅੱਜ ਦੇ ਟਾਈਮ ਤੇ ਕਰਦੇ ਹਾਂ, ਮੇਰੀ ਆਂਟੀ ਨੇ 2005 ਦੇ ਵਿਚਕਾਰ ਇੰਨੀ ਸੰਗਤ ਦੇ ਦਰਸ਼ਨ ਕੀਤੇ ਹੋਏ ਨੇ ਕਿ ਭੀੜ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੰਗਤ ਸੀ। ਗੁਰੂ ਜੀ ਬੜੀ ਸਪੀਡ ਨਾਲ ਬੇਟੇ ਦਾ ਹੱਥ ਫੜ ਕੇ ਅੱਗੇ ਨਿਕਲ ਗਏ, ਉਹ ਮੇਰੀ ਆਂਟੀ ਬਹੁਤ ਪਿੱਛੇ ਰਹਿ ਗਈ। ਉਹਨਾਂ ਨੇ ਜ਼ੋਰ ਦੀ ਆਵਾਜ਼ ਦੇ ਕੇ ਕਿਹਾ, ਗੁਰੂ ਜੀ ਮੈਂ ਤਾਂ ਬਹੁਤ ਪਿੱਛੇ ਰਹਿ ਗਈ। ਤੇ ਗੁਰੂ ਜੀ ਕਹਿੰਦੇ ਅੱਛਾ। ਗੁਰੂ ਜੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਜ਼ੋਰ ਦੀ ਇੱਕ ਚੀਜ਼ ਆਂਟੀ ਵੱਲ ਸੁੱਟੀ, ਲੈ ਕਹਿੰਦੇ ਫੜ ਲੈ। ਜਦੋਂ ਉਹਨੇ ਉਹ ਚੀਜ਼ ਫੜੀ ਤਾਂ ਉਹਦੇ ਹੱਥ 'ਚ ਉਸ ਟਾਈਮ ਉਹ ਟਾਵਲ ਸੀਗਾ ਔਰ ਉਹਦਾ ਸੁਪਨਾ ਉਸ ਟਾਈਮ ਖਤਮ ਹੋ ਗਿਆ। ਮੈਨੂੰ ਕਹਿਣ ਲੱਗੀ ਵੀ ਇਸ ਮੈਨੂੰ ਸੁਪਨਾ ਆਇਆ। ਅਸੀਂ ਆਪਣੇ ਵੱਡੇ ਭਾਈ ਸਾਹਿਬ ਨੂੰ ਮਾਰਨਿੰਗ ਤੇ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਗੁਰੂ ਜੀ ਦਾ ਸਾਨੂੰ ਇਹ ਸੁਪਨਾ ਆਇਆ ਵਾ। ਤੇ ਉਹ ਕਹਿਣ ਲੱਗੇ ਤੁਸੀਂ ਤਾਂ ਬਹੁਤ ਲੱਕੀ ਹੋ ਕਿ ਮਹਾਰਾਜ ਉਸ ਟਾਈਮ ਫਿਜ਼ੀਕਲ ਫਾਰਮ 'ਚ ਸੀਗੇ ਤੇ ਮਹਾਰਾਜ ਦਾ ਤੁਹਾਨੂੰ ਸੁਪਨਾ ਆਉਣਾ ਮੀਨਸ ਮਹਾਰਾਜ ਨੇ ਤੁਹਾਨੂੰ ਸਾਕਸ਼ਾਤ ਦਰਸ਼ਨ ਦਿੱਤੇ ਨੇ, ਤੁਸੀਂ ਤਾਂ ਭਾਗਾਂ ਵਾਲੇ ਹੋ। ਪਰ ਮੰਦਬੁੱਧੀ, ਹਾਲੇ ਜਦ ਤੱਕ ਕਨੈਕਸ਼ਨ ਨਹੀਂ ਹੋਇਆ ਹੁੰਦਾ ਉਸ ਪ੍ਰਮਾਤਮਾ ਨਾਲ, ਰੱਬ ਨਾਲ, ਬੰਦਾ ਇੰਨਾ ਆਪਣੇ ਆਪ ਨੂੰ ਨਹੀਂ ਸੋਚ ਪਾਉਂਦਾ। ਉਸ ਟਾਈਮ ਤੇ ਮਹਾਰਾਜ ਦੇ ਸਰੂਪ ਮਿਲਣਾ ਇੱਕ ਬੜੀ ਵੱਡੀ ਗੱਲ ਸੀ ਔਰ ਸਾਡੇ ਕੋਲ ਕੋਈ ਗੁਰੂ ਜੀ ਦਾ ਸਰੂਪ ਨਹੀਂ ਸੀ। ਵੈਰੀ ਨੈਕਸਟ ਡੇ ਭਾਈ ਸਾਹਿਬ ਨੇ ਸਾਨੂੰ ਗੁਰੂ ਜੀ ਦਾ ਇੱਕ ਛੋਟਾ ਜਿਹਾ ਸਰੂਪ ਉੱਥੋਂ ਦਿੱਲੀੋਂ ਭੇਜ ਦਿੱਤਾ। ਜਿਵੇਂ ਹੀ ਮਹਾਰਾਜ ਦਾ ਸਰੂਪ ਸਾਡੇ ਘਰ ਆਇਆ, ਤੁਸੀਂ ਯਕੀਨ ਮੰਨੋ ਉਸੇ ਦਿਨ ਟੈਂਪਰੇਚਰ ਡਾਊਨ, ਪਹਿਲੇ ਦਿਨ ਹੀ ਟੈਂਪਰੇਚਰ 3-4 ਡਿਗਰੀ ਘਟ ਗਿਆ ਔਰ 2-3 ਦਿਨਾਂ ਦੇ ਵਿੱਚ ਟੈਂਪਰੇਚਰ ਕਿੱਥੇ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ। ਗੁਰੂ ਮਹਾਰਾਜ ਨੇ ਆਪਣੇ ਘਰ 'ਚ ਆਂਦੀ ਐਂਟਰੀ ਕਰਦਿਆਂ ਹੀ ਉਹ ਪ੍ਰੋਬਲਮ, ਉਹ ਡਾਕਟਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਪ੍ਰੋਬਲਮ ਕੀ ਹੈਗੀ ਹੈ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੱਸ ਰਿਹਾ ਸੀ, ਕੋਈ ਕਿਸੇ ਤਰ੍ਹਾਂ ਦੀ ਦੱਸ ਰਿਹਾ ਸੀਗਾ। ਆਲ ਆਫ ਅ ਸਡਨ ਮਹਾਰਾਜ ਦਾ ਸਰੂਪ ਘਰ ਪਹੁੰਚਦੇ ਹੀ ਉਹ ਸਾਰੀ ਪ੍ਰੋਬਲਮ ਸਾਡੀਆਂ ਜਿਹੜੀਆਂ ਹੈਲਥ ਵੱਲੋਂ ਮੇਰੀ ਵਾਈਫ ਦੀਆਂ ਠੀਕ ਹੋ ਗਈਆਂ। ਅਸੀਂ ਬਹੁਤ ਖੁਸ਼ ਕਿ ਮਹਾਰਾਜ ਨੇ ਸਾਨੂੰ ਸਾਡੇ ਘਰ ਪਹੁੰਚਦਿਆਂ ਸਾਰੀ ਸਾਡਾ ਕਲਿਆਣ ਕਰਤਾ ਹੈ। ਉਸੇ ਸਾਲ ਹੀ ਜਿਸ ਸਾਲ ਅਸੀਂ ਗਏ ਸੀਗੇ, ਮੇਰੀ ਬੇਟੀ ਨੇ ਫਸਟ ਟਾਈਮ ਇੰਟਰਸੈਕਸ਼ਨ 'ਚੋਂ ਟੌਪ ਕੀਤਾ। ਇੱਕ ਹੋਰ ਬੜੀ ਅਚੀਵਮੈਂਟ ਸੀਗੀ ਕਿ ਹਰ ਸਾਲ ਉਹ ਫਸਟ ਆਉਣ ਤੋਂ ਇੱਕ ਅੱਧੇ ਨੰਬਰ ਤੋਂ ਰਹਿ ਜਾਂਦੀ ਸੀ, ਲੇਕਿਨ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਉਸੇ ਈਅਰ 'ਚ ਮੇਰੀ ਬੇਟੀ ਨੇ ਇੰਟਰਸੈਕਸ਼ਨ 'ਚੋਂ ਟੌਪ ਕੀਤਾ। ਬੇਟਾ ਵੀ ਸਟੱਡੀ 'ਚੋਂ ਬਹੁਤ ਵਧੀਆ ਨਿਕਲ ਗਿਆ, ਜਿਹੜਾ ਸਾਨੂੰ ਉਮੀਦ ਨਹੀਂ ਸੀ ਕਿ ਸ਼ਾਇਦ ਪੜ੍ਹ ਵੀ ਸਕੇਗਾ, ਇਸ ਕਲਾਸ ਨੂੰ ਕਵਰ ਵੀ ਕਰ ਸਕੇਗਾ। ਥੋੜ੍ਹਾ ਜਿਹਾ ਰੁਝਾਨ ਬਣਨਾ ਸ਼ੁਰੂ ਹੋਇਆ। ਅਸੀਂ ਗੁਰੂ ਮਹਾਰਾਜ ਦੇ ਜਦੋਂ ਵੀ ਜਾਣਾ, ਦਿੱਲੀ ਛੁੱਟੀਆਂ ਹੋਣੀਆਂ, ਅਸੀਂ ਜਾਣਾ ਮਹਾਰਾਜ ਦੇ ਕੋਲ। ਮੈਂ ਐਵਰੇਜ ਟੂਰ ਤੇ ਜਾਂਦਾ ਵਾਂ, ਉਸ ਟਾਈਮ ਤੇ ਬਹੁਤ ਜਾਂਦਾ ਸੀ। ਜਦੋਂ ਵੀ ਜਾਣਾ ਦਿੱਲੀ ਪਹਿਲਾਂ ਗੁਰੂ ਜੀ ਕੋਲ ਜਾ ਕੇ ਮੱਥਾ ਟੇਕ ਕੇ ਫਿਰ ਅੱਗੇ ਜਾਣਾ। ਇਸ ਤਰ੍ਹਾਂ ਜਰਨੀ ਚੱਲਦੀ ਰਹੀ ਮਹਾਰਾਜ ਦੇ ਨਾਲ। ਉਸ ਟਾਈਮ ਦੇ ਉੱਤੇ ਮੇਰੀ ਇੱਕ ਹੈਲਥ ਦੀ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਸੀਗੀ ਕਿ ਟੂਰਿੰਗ ਲਾਈਫ ਹੋਣ ਦੇ ਕਾਰਨ, ਬਾਹਰ ਦਾ ਖਾਣ ਦੇ ਕਾਰਨ ਇਹ ਹਾਲਤ ਹੋ ਗਈ ਸੀ ਕਿ ਇੱਕ ਟਾਈਮ ਤੋਂ ਆ ਕੇ ਮੇਰੀ ਪੋਜੀਸ਼ਨ ਇਹ ਹੋ ਗਈ ਕਿ ਮੈਨੂੰ ਫਿਸਲਾ ਔਰ ਪਾਇਲਸ ਦੀ ਬਹੁਤ ਤਕੜੀ ਪ੍ਰੋਬਲਮ ਹੋ ਗਈ, ਜਿਸ ਕਾਰਨ ਮੇਰੀ ਇਹ ਪੋਜੀਸ਼ਨ ਸੀ ਕਿ ਮੈਂ ਖੜਾ ਵੀ ਨਹੀਂ ਹੋ ਪਾਉਂਦਾ ਸੀ ਔਰ ਬਾਹਰ ਜੇ ਟੂਰ ਤੇ ਜਾਣਾ ਹੈ ਤਾਂ ਖਾਲੀ ਬ੍ਰੈਡ ਦੇ ਨਾਲ ਹੀ ਗੁਜ਼ਾਰਾ ਕਰਨਾ, ਕਿਉਂਕਿ ਕੰਮ ਕਾਜ ਕਰਨਾ ਬਹੁਤ ਜ਼ਰੂਰੀ ਸੀਗਾ, ਟੂਰ ਤੇ ਜਾਣਾ ਪੈਂਦਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਸੰਗਤ ਦੀ ਪੋਜੀਸ਼ਨ ਐਸੀ ਕਿ ਦਿਨ 'ਚ ਮੈਂ ਸਿਪਲੋਕਸ ਦੀਆਂ 1000 ਮਿਲੀਗ੍ਰਾਮ ਦੀ ਗੋਲੀਆਂ 3 ਤੋਂ ਲੈ ਕੇ 4 ਗੋਲੀਆਂ ਵੀ ਖਾ ਲੈਂਦਾ ਸੀ, ਕਿਉਂਕਿ ਜਦੋਂ ਉਹ ਗੋਲੀ ਖਾਣੀ ਉਹਦੇ ਨਾਲ ਥੋੜ੍ਹੀ ਰਿਲੀਫ ਮਿਲਣੀ ਤੇ ਮੈਂ ਕੰਮ ਕਾਜ ਕਰ ਸਕਣਾ। ਅਦਰਵਾਈਜ਼ ਖੜੇ ਹੋਣਾ ਮਤਲਬ ਗੋਲੀ ਮਾਰ ਦੇਣਾ ਜ਼ਿਆਦਾ ਵਧੀਆ, ਖੜੇ ਹੋਣਾ ਮੇਰੇ ਲਈ ਇੰਨੀ ਵੱਡੀ ਪ੍ਰੋਬਲਮ ਸੀ। 2006 ਦੇ ਵਿੱਚ ਅਸੀਂ ਮਹਾਰਾਜ ਦੇ ਉੱਥੇ ਸਤਸੰਗ ਤੇ ਦਿੱਲੀ ਆਏ ਹੋਏ ਸੀ। ਉਸ ਟਾਈਮ ਦੇ ਉੱਤੇ ਗੁਰੂ ਪੂਰਨਿਮਾ ਔਰ ਗੁਰੂ ਜੀ ਦਾ ਬਰਥਡੇ ਜੁਲਾਈ ਦੇ ਮਹੀਨੇ 'ਚ ਦੋਨੋਂ ਹੀ ਨੀਅਰ ਅਬਾਊਟ ਅੱਗੇ ਪਿੱਛੇ ਸੀਗੇ। 2 ਜੁਲਾਈ ਨੂੰ ਮੇਰੀ ਮੈਰਿਜ ਐਨੀਵਰਸਰੀ ਹੁੰਦੀ ਹੈ ਔਰ ਉਸ ਦਿਨ ਪੋਜੀਸ਼ਨ ਇਹ ਹੋ ਗਈ ਕਿ ਮੇਰੀ ਜਾਨ ਹੀ ਨਿਕਲਣ ਵਾਲਾ ਕੰਮ ਹੋ ਗਿਆ ਕਿ ਮੈਂ ਬਹੁਤ ਤੜਫ ਰਿਹਾ ਸੀ ਦਰਦ ਦੇ ਨਾਲ। ਤੇ ਵੱਡੇ ਭਾਈ ਸਾਹਿਬ ਘਰ ਆਏ, ਉਹਨੂੰ ਕਹਿਣ ਲੱਗੇ ਕਿ ਰਮੇਸ਼ ਅੱਜ ਜੋ ਮਰਜ਼ੀ ਹੋ ਜਾਏ, ਅੱਜ ਆਪਾਂ ਡਾਕਟਰ ਦਾ ਚੈੱਕਅਪ ਕਰਵਾ ਕੇ ਆਉਂਦੇ ਹਾਂ ਤੈਨੂੰ। ਮੈਨੂੰ ਨਾਲ ਲੈ ਕੇ ਅਸੀਂ ਸਾਊਥ ਐਕਸ ਦਿਖਾਉਣ ਲਈ ਚਲੇ ਗਏ ਡਾਕਟਰਸ ਨੂੰ। ਉਹ ਡਾਕਟਰ ਨੇ ਜਦੋਂ ਮੇਰਾ ਚੈੱਕਅਪ ਕੀਤਾ ਤੇ ਸਮਝ ਲਓ ਵੀ ਮੇਰੀ ਜਾਨ ਹੀ ਕੱਢ ਦਿੱਤੀ। ਉਹ ਚੈੱਕਅਪ ਦੇ ਵਿੱਚ ਉਹਨੇ ਦੱਸਿਆ ਮੈਨੂੰ ਜੀ ਕਿ ਬੈਂਡੇਜ ਪਾ ਕੇ ਤੁਹਾਡੀ ਟਿਊਬ ਦੇ ਵਿੱਚ 6-7 ਜਗ੍ਹਾ ਤੇ ਰਪਚਰਸ ਨੇ ਜਿੱਥੋਂ ਪੀਕ ਨਿਕਲਦੀ ਹੈ। ਇਹ ਕੁਝ ਵੀ ਹੋ ਸਕਦਾ ਹੈ, ਕੈਂਸਰ ਵੀ ਹੋ ਸਕਦੀ, ਕੁਝ ਵੀ ਹੋ ਸਕਦਾ ਹੈ। ਇਹਦਾ ਇਮੀਡੀਏਟਲੀ ਤੁਸੀਂ ਪਹਿਲਾਂ ਕਲਰਡ MRI ਕਰਵਾ ਕੇ ਲਿਆਓ, ਬਾਕੀ ਡਿਸੀਜਨ ਅਸੀਂ ਬਾਅਦ 'ਚ ਕਰਾਂਗੇ। ਮੈਂ ਬਹੁਤ ਘਬਰਾ ਗਿਆ। ਮੈਂ ਕਿਹਾ ਵੀ ਮੈਂ ਇੱਥੋਂ MRI ਨਹੀਂ ਕਰਾਉਣੀ, ਮੈਂ ਲੁਧਿਆਣੇ ਜਾ ਕੇ ਕਰਾਵਾਂਗਾ। ਮੈਂ ਭਾਈ ਸਾਹਿਬ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਹੁਣ ਆਪਾਂ ਘਰ ਚੱਲੀਏ ਪਲੀਜ਼, ਮੈਂ MRI ਨਹੀਂ ਇੱਥੋਂ ਕਰਵਾਉਣੀ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਡਰ ਲੱਗਿਆ ਕਿ ਮੈਂ ਕਿਹਾ ਯਾਰ ਮੈਂ ਚੱਕਰ 'ਚ ਪੈਣਾ ਨਹੀਂ ਚਾਹੁੰਦਾ ਡਾਕਟਰੀ ਰਾਜ 'ਚ। ਮੈਂ ਕਿਹਾ ਮੈਂ ਵਾਪਸ ਜਾਣਾ। ਗੁਰੂ ਜੀ ਦੀ ਕਰਨੀ ਹੋਈ ਕਿ ਉਸ ਦਿਨ ਇੰਨਾ ਕੁ ਬਾਰਿਸ਼ ਹੋਈ ਕਿ ਸਾਡੀ ਕਾਰ ਦੇ ਵਿੱਚੋਂ ਪਾਣੀ ਆਰ ਪਾਰ ਹੋਣ ਲੱਗ ਗਿਆ। ਭਾਈ ਸਾਹਿਬ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਆਪਾਂ ਬਾਅਦ 'ਚ ਦਿਖਾ ਲਵਾਂਗੇ, ਚਲੋ ਘਰ ਚੱਲਦੇ ਹਾਂ। ਜਦੋਂ ਅਸੀਂ ਘਰੋਂ ਉੱਥੋਂ ਸਾਊਥ ਐਕਸ ਤੋਂ ਵਾਪਸ ਘਰ ਆਉਣਾ ਸ਼ੁਰੂ ਕੀਤਾ ਤੇ
ਕਿ ਭਾਈ ਸਾਹਿਬ ਦੀ ਉਦੋਂ ਡਿਊਟੀ ਵੱਡੇ ਮੰਦਰ 'ਚ ਨਾਲ ਲੱਗਦੀ ਸੀ ਸੇਵਾ ਦੇ ਉੱਤੇ। ਮੈਨੂੰ ਕਹਿਣ ਲੱਗੇ, ਰਮੇਸ਼ ਗੁਰੂ ਜੀ ਦਾ ਬਰਥਡੇ ਔਰ ਪੂਰਨਮਾਸ਼ੀ ਆ ਰਹੀ ਹੈ, ਗੁਰੂ ਪੂਰਨਿਮਾ, ਤੇ ਮੰਦਰ 'ਚ ਸੇਵਾ ਚੱਲ ਰਹੀ ਹੈ, ਤੇ ਆਪਾਂ ਥੋੜਾ ਜਿਹਾ ਪੁੱਛ ਕੇ ਜਾਂਦੇ ਹਾਂ, ਕੋਈ ਡਿਊਟੀ ਹੈਗੀ ਤਾਂ ਸੇਵਾ ਕਰਦੇ ਜਾਵਾਂਗੇ। ਅਸੀਂ ਮੰਦਰ 'ਚ ਐਂਟਰ ਕੀਤੇ, ਬੈਠੇ, ਕਿਉਂ ਉਦੋਂ ਸਮਝ ਲਓ ਵੱਡੇ ਮੰਦਰ 'ਚ ਇਸ ਤਰੀਕੇ ਨਾਲ ਸ਼ਾਇਦ ਮੈਂ ਦੂਸਰੀ ਜਾਂ ਤੀਸਰੀ ਵਾਰ ਐਂਟਰੀ ਕਰ ਰਿਹਾ ਸੀਗਾ, ਕਿਉਂਕਿ ਕੋਈ ਵੱਡਾ ਫੰਕਸ਼ਨ ਵਾਲੇ ਅਟੈਂਡ ਨਹੀਂ ਸੀ ਕੀਤਾ। ਮਹਾਰਾਜ ਦੇ ਕੋਲ ਅੰਦਰ ਜਾ ਕੇ ਬੈਠੇ, ਮੈਂ ਆਰਾਮ ਨਾਲ ਜਾ ਕੇ ਸਾਈਡ ਤੇ ਬੈਠ ਗਿਆ। ਮੈਂ ਕਿਹਾ ਤੁਸੀਂ ਜੋ ਕਰਨਾ ਹੈ ਆਪਣਾ ਕਰਕੇ ਮੈਨੂੰ ਦੱਸ ਦਿਓ, ਫਿਰ ਆਪਾਂ ਘਰ ਵਾਪਸ ਚੱਲਾਂਗੇ, ਕਿਉਂਕਿ ਮੇਰੀ ਤਬੀਅਤ ਜ਼ਿਆਦਾ ਵਧੀਆ ਨਹੀਂ ਸੀਗੀ ਉਸ ਟਾਈਮ, ਬੈਠਣਾ ਵੀ ਬੜਾ ਮੁਸ਼ਕਲ ਹੋ ਰਿਹਾ ਸੀ। ਮੈਨੂੰ ਬੈਠੇ ਕਹਿੰਦੇ ਰਮੇਸ਼ ਤੂੰ ਵੀ ਕੋਈ ਸੇਵਾ ਕਰ ਲੈ। ਮੈਂ ਕਿਹਾ ਯਾਰ ਮੈਂ ਕੀ ਸੇਵਾ ਕਰਨੀ ਹੈ, ਤੁਸੀਂ ਆਪਣਾ ਕੰਮ ਕਰ ਲਓ। ਨਹੀਂ, ਕਹਿੰਦੇ ਬੇਟਾ ਦੇਖ ਲੈ, ਤੇਰੀ ਮਨ ਕਰ ਰਿਹਾ, ਤੂੰ ਵੀ ਕੋਈ ਸੇਵਾ ਕਰ ਲੈ। ਮੈਂ ਕਿਹਾ ਚਲੋ ਮੈਂ ਦੇਖਦਾ। ਇੰਨੀ ਦੇਰ ਨੂੰ ਸਾਹਮਣੇ ਨਿਗਾਹ ਮਾਰੀ ਤੇ ਮਹਾਰਾਜ ਦੀ, ਸ਼ਿਵ ਜੀ ਦੀ ਮੂਰਤੀ ਜਿਹੜੀ ਪਈ ਹੋਈ ਹੈ ਮੰਦਿਰ ਦੇ ਵਿੱਚ, ਵੱਡੇ ਮੰਦਿਰ 'ਚ ਸ਼ਿਵ ਮੂਰਤੀ ਪਈ ਹੋਈ ਸੀ। ਮੈਂ ਕਿਹਾ ਜੀ ਮੈਂ ਇਸ ਮੂਰਤੀ ਤੇ ਸੇਵਾ ਕਰਨਾ ਚਾਹੁੰਦਾ। ਕਹਿਣ ਲੱਗੇ ਹਾਂ ਜੀ। ਉਹਨਾਂ ਨੇ ਮੈਨੂੰ ਉਹਨਾਂ ਸੰਗਤ ਦੇ ਕੋਲ ਜਾ ਕੇ ਆਂਟੀਆਂ ਕੋਲ ਬਿਠਾਈ ਦਾ, ਕਹਿੰਦੇ ਜੀ ਇਹਦੇ ਕੋਲੋਂ ਰਮੇਸ਼ ਵੀ ਸੇਵਾ ਕਰਨਾ ਚਾਹੁੰਦਾ। ਮੈਂ ਕਿਹਾ ਜੀ ਕੀ ਕਰਨਾ? ਕਹਿੰਦੇ ਮੂਰਤੀ ਚਮਕਾਣੀ ਹੈ। ਮੈਂ ਕਿਹਾ ਜੀ ਇਹ ਵੀ ਕੋਈ ਕੰਮਾਂ ਚੋਂ ਕੰਮ ਹੈ। ਮਨ 'ਚ ਸੋਚਿਆ ਐਨਸੀਸੀ ਦਾ ਸਰਜੈਂਟ ਰਿਹਾ, ਮਨ 'ਚ ਘਮੰਡ ਆ ਗਿਆ, ਮੈਂ ਕੀ ਕਰਨਾ ਜੀ? ਕਹਿੰਦੇ ਫੜੋ ਕੱਪੜਾ ਲਓ, ਬਰਾਸਰ ਲਵੋ, ਮੂਰਤੀ ਚਮਕਾਣੀ ਸ਼ੁਰੂ ਕਰ ਦਿਓ। ਸੰਗਤ ਜੀ 5-7 10 ਮਿੰਟ ਮੂਰਤੀ ਨੂੰ ਚਮਕਾਇਆ। ਮੈਂ ਕਿਹਾ ਜੀ ਮੂਰਤੀ ਚਮਕ ਗਈ ਹੈ? ਕਹਿੰਦੇ ਨਹੀਂ ਅੰਕਲ, ਮੂਰਤੀ ਤਾਂ ਚਮਕੀ ਨਹੀਂ। 1 ਵਾਰੀ, 2 ਵਾਰੀ, 3 ਵਾਰੀ, 4-5 ਵਾਰੀ, 5-10 ਮਿੰਟ ਬਾਅਦ ਮੈਂ ਕਹਾਂ ਜੀ ਚਮਕ ਗਈ? ਉਹ ਕਹਿੰਦੇ ਨਹੀਂ ਜੀ। ਇਸ ਪੋਜੀਸ਼ਨ 'ਚ, ਇਸ ਟਾਈਮ ਦੇ ਵਿੱਚ ਇਹ ਮੇਰੀ ਹਾਲਤ ਹੋ ਗਈ ਕਿ ਜਿਸ ਤਰ੍ਹਾਂ ਮੇਰੇ ਅੰਦਰੋਂ ਦੀ ਪਸੀਨੇ ਦੀਆਂ ਬਾਲਟੀਆਂ ਨਿਕਲ ਰਹੀਆਂ ਹੋਣ, ਮਤਲਬ ਵੀ ਇੰਨਾ ਕੁ ਪਸੀਨਾ ਵਗ ਰਿਹਾ ਸੀ। ਉਹ ਮੇਰੀ ਹਾਲਤ ਇਸ ਤਰ੍ਹਾਂ ਹੋ ਰਹੀ ਸੀ ਕਿ ਪਸੀਨਾ ਵਗੀ ਜਾ ਰਿਹਾ, ਉਹ ਮੈਂ ਸੇਵਾ ਕਰੀ ਜਾ ਰਿਹਾ। ਇੱਕ ਲੈਵਲ ਤੇ ਆ ਕੇ ਮੈਂ ਹੱਥ ਜੋੜੇ, ਮੈਂ ਕਿਹਾ ਜੀ ਹੇ ਭੋਲੇਨਾਥ, ਤੁਸੀਂ ਦੇ ਅੱਗੇ ਅਰਦਾਸ ਕੀਤੀ। ਮੈਂ ਕਿਹਾ ਮਹਾਰਾਜ ਮੈਨੂੰ ਪਹਿਲਾਂ ਇਹਨਾਂ ਤੋਂ ਪਿੱਛਾ ਛੁਡਾ ਦਿਓ, ਆਪਾਂ ਹਿਸਾਬ ਬਾਅਦ 'ਚ ਕਰ ਲਵਾਂਗੇ, ਮੈਨੂੰ ਇਹਨਾਂ ਤੋਂ ਬਖਸ਼ਾਓ। ਇਹ ਜਿਹੜੀ ਆਂਟੀਆਂ ਹਰ 2 ਮਿੰਟ ਬਾਅਦ 5 ਮਿੰਟ ਬਾਅਦ ਕਹਿੰਦੀਆਂ ਨਹੀਂ ਅੰਕਲ ਚਮਕੀ ਨਹੀਂ, ਚੰਗੀ ਭਲੀ ਮੂਰਤੀ ਚਮਕ ਗਈ ਹੈ। ਇਹਨਾਂ ਕਹਿਣ ਦੀ ਢਿੱਲ ਸੀਗੀ, ਮੈਂ ਹੱਥ ਜੋੜੇ ਮਾਫੀ ਮੰਗੀ ਕਿ ਮੈਨੂੰ ਇਹਨਾਂ ਤੋਂ ਬਚਾਓ। ਉਹ ਆਂਟੀਆਂ ਕਹਿੰਦੀ ਜੀ ਹਾਂ ਜੀ, ਵਾਹ ਮੂਰਤੀ ਤਾਂ ਬਹੁਤ ਵਧੀਆ ਚਮਕ ਗਈ। ਇਹ ਕਰੀਬਨ ਇਸ ਪ੍ਰੋਸੈਸ ਨੂੰ ਘੰਟਾ 1.5 ਘੰਟਾ ਤੋਂ ਉੱਤੇ ਹੀ ਲੱਗ ਗਿਆ। ਮੈਂ ਹੱਥ ਜੋੜੇ, ਉੱਥੋਂ ਉੱਠਿਆ। ਮੈਂ ਕਿਹਾ ਸ਼ੁਕਰ ਹੈ ਮੰਨ ਤਾਂ ਗਈਆਂ ਆਂਟੀਆਂ। ਗੁਰੂ ਜੀ ਨੂੰ, ਸ਼ਿਵ ਮੂਰਤੀ ਨੂੰ ਚਮਕਾਉਣ ਤੋਂ ਬਾਅਦ ਮੈਂ ਥੋੜਾ ਅੱਗੇ ਗਿਆ ਤੇ ਅੱਗੇ ਫੁੱਲਦਾਨ ਵੱਡੇ ਵੱਡੇ ਜਿਹੜੇ ਪਏ ਹੋਏ ਸੀਗੇ, ਉਹ ਫੁੱਲਦਾਨਾਂ ਨੂੰ ਕੋਲ ਜਾ ਕੇ ਬੈਠਾ ਤੇ ਇੱਕ ਆਂਟੀ ਉੱਥੇ ਸੇਵਾ ਕਰ ਰਹੇ ਸੀਗੇ, ਪਾਇਲਟ ਆਂਟੀ ਤੇ ਮਨਪ੍ਰੀਤ ਆਂਟੀ, ਉਹ ਸੇਵਾ ਕਰ ਰਹੇ ਸੀ। ਤੇ ਮੈਨੂੰ ਕਹਿਣ ਲੱਗੇ ਆਓ ਅੰਕਲ ਨਾਲ ਤੁਸੀਂ ਵੀ ਸੇਵਾ ਕਰਨੀ ਸ਼ੁਰੂ ਕਰ ਦਿਓ। ਮੈਂ ਫੁੱਲਦਾਨ ਉੱਥੇ ਨਾਲ ਸੇਵਾ ਕਰਨੀ ਸ਼ੁਰੂ ਕਰਤੀ ਚਮਕਾਉਣ ਦੀ। ਉਹਨਾਂ ਦੇ ਗਲ 'ਚ ਸਾਈਂ ਜੀ ਦਾ ਲੋਕਟ ਪਾਇਆ ਹੋਇਆ ਸੀਗਾ। ਇਸ ਤੋਂ ਪਹਿਲਾਂ ਮੈਂ ਜਦੋਂ ਟੂਰ ਤੇ ਜਾਂਦਾ ਸੀਗਾ, ਸ਼ਿਰਡੀ ਸਾਈਂਨਾਥ ਜੀ ਤੇ ਬਹੁਤ ਜਾਂਦਾ ਸੀਗਾ। ਉਹਦੇ 'ਚ ਵੀ ਇੱਕ ਬਹੁਤ ਛੋਟਾ ਸਤਸੰਗ ਹੈ ਕਿ ਮੇਰੀ ਪ੍ਰੋਬਲਮ ਆ ਗਈ ਸੀਗੀ। ਮੈਂ ਬੰਬੇ ਤੋਂ ਵਾਪਸ ਆ ਰਿਹਾ ਸੀ। ਮੈਂ ਫਸਟ ਟਾਈਮ ਜਦੋਂ ਸ਼ਿਰਡੀ ਗਿਆ ਸੀ, ਉਹ ਮੈਨੂੰ ਕਿਸੇ ਬੱਚੇ ਨੇ ਪਾਣੀ ਪਿਲਾ ਦਿੱਤਾ ਸੀਗਾ ਬੰਬੇ ਤੋਂ, ਔਰ ਮੇਰੀ ਹਾਲਤ ਇਹ ਹੋ ਗਈ ਸੀ ਕਿ ਮੈਂ ਬਿਲਕੁਲ ਜ਼ੀਰੋ ਹੋ ਕੇ ਘਰ ਆਇਆ ਸੀ। ਨਾ ਕੋਈ ਪੈਸਾ, ਨਾ ਕੋਈ ਧੇਲਾ, ਮਤਲਬ ਨੰਗੇ ਪੈਰੀ ਮੈਂ ਬਿਲਕੁਲ। ਉਹ ਮੇਰਾ ਸਾਰਾ ਸਮਾਨ ਲੁੱਟ ਕੇ ਟ੍ਰੇਨ 'ਚੋਂ ਮੈਨੂੰ ਨਾਗਦਾ ਸਟੇਸ਼ਨ ਤੋਂ ਮੈਜਿਸਟ੍ਰੇਟ ਚੈਕਿੰਗ ਹੋਈ ਸੀ ਤੇ ਮੈਨੂੰ ਉੱਥੇ ਉਹਨਾਂ ਨੂੰ ਉਤਾਰ ਕੇ ਚਲੇ ਗਏ ਸੀਗੇ। ਉਸ ਟਾਈਮ ਮੈਂ ਪਹਿਲੀ ਵਾਰ 2000 ਦੇ ਵਿੱਚ ਸ਼ਿਰਡੀ ਜਾ ਕੇ ਆਇਆ ਸੀ। ਉਹ ਮੇਰੇ ਸਰਾਣੇ ਉਹ ਸ਼ਿਰਡੀ ਸਾਈਂਨਾਥ ਦਾ ਜਿਹੜਾ ਪ੍ਰਸ਼ਾਦ ਸੀ, 2 ਲੱਡੂ ਉਹੀ ਛੱਡ ਕੇ ਗਿਆ ਸੀ। ਉਹ 2 ਲੱਡੂ ਖਾਣ ਤੋਂ ਬਾਅਦ ਮੇਰੀ ਹਾਲਤ ਇਹ ਹੋ ਗਈ ਕਿ ਇੰਨੀਆਂ ਵੋਮਟਿੰਗਸ ਆਈਆਂ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ, ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਮੈਨੂੰ ਡਾਕਟਰਾਂ ਨੇ, ਰੇਲਵੇ ਵਾਲੇ ਡਾਕਟਰਸ ਨੇ, ਹਸਪੀਟਲ ਨੇ ਚੈੱਕਅਪ ਕਰਕੇ ਕਿਹਾ, ਕਹਿੰਦੇ ਤੂੰ ਪਹਿਲਾ ਬੰਦਾ ਹੈ ਜਿਹੜਾ ਵਿਦਆਊਟ ਪੋਸਟਮਾਰਟਮ ਜਾ ਰਿਹਾ। ਮੈਂ ਅਦਰਵਾਈਜ਼ ਜਿੰਨਾ ਸੀਵਰ ਇਹਦੇ ਵਿੱਚ ਜ਼ਹਿਰ ਸੀਗਾ ਤੇਰੇ ਅੰਦਰ, ਉਹ ਖਾਲੀ ਤੇਰੀ ਵੋਮਟਿੰਗਸ ਦੇ ਕਾਰਨ ਹੀ ਬਾਹਰ ਨਿਕਲਿਆ। ਅਦਰਵਾਈਜ਼ ਮੈਂ ਪੋਸਟਮਾਰਟਮ ਕਰਕੇ ਇਹੋ ਜਿਹੇ ਬੰਦੇ ਘਰ ਭੇਜੇ ਨੇ। ਮੈਂ ਹੱਥ ਜੋੜੇ। ਉਸ ਤੋਂ ਬਾਅਦ ਮਹਾਰਾਜ ਦੇ ਨਾਲ ਲਗਾਵ ਹੋ ਗਿਆ। ਸ਼ਿਰਡੀ ਸਾਈਂਨਾਥ ਜਦੋਂ ਜਾਣਾ ਟੂਰ ਤੇ, ਸਾਈਂਨਾਥ ਦੇ ਜ਼ਰੂਰ ਜਾ ਕੇ ਆਉਣਾ ਸ਼ਿਰਡੀ। ਸੋ ਉਸ ਟਾਈਮ ਲਗਾਵ ਉੱਧਰ ਲੱਗਾ ਹੋਇਆ ਸੀ, ਇੱਧਰ ਕੋਈ ਧਿਆਨ ਨਹੀਂ ਸੀ ਗੁਰੂ ਮਹਾਰਾਜ ਵੱਲ। ਤੇ ਮੈਂ ਆਂਟੀ ਨੂੰ ਕਿਹਾ, ਮੈਂ ਕਿਹਾ ਆਂਟੀ ਤੁਸੀਂ ਵੀ ਸ਼ਿਰਡੀ ਸਾਈਂਨਾਥ ਨੂੰ ਮੰਨਦੇ ਹੋ? ਉਹ ਬੜੇ ਮੈਨੂੰ ਬੋਲੇ, ਕਹਿੰਦੇ ਹਾਂ ਆਪਣਾ ਕੰਮ ਕਰੋ ਅੰਕਲ, ਜਿਹੜਾ ਕੰਮ ਕਰਦੇ ਪਏ ਹੋ। ਮੈਂ ਚਲੋ ਆਪਾਂ ਹੱਥ ਜੋੜੇ ਗੁਰੂ ਜੀ ਦੇ ਅੱਗੇ, ਆਪਣੀ ਡਿਊਟੀ ਦੇ ਕੇ ਅਸੀਂ ਵਾਪਸ ਆ ਗਏ। ਸੰਗਤ ਜੀ ਉਹ 2006 ਦੀ ਕੀਤੀ ਹੋਈ ਸੇਵਾ ਅੱਜ 16 ਸਾਲ ਹੋ ਚੱਲੇ ਨੇ। 2022 ਆ ਗਿਆ, ਨਾ ਸਿਪਲੋਕਸਟੀਜੈਟ, ਨਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ, ਕੋਈ ਉੱਚੋਂ ਪੀਕ ਨਹੀਂ ਨਿਕਲਣੀ, ਕੋਈ ਉਹ ਫਿਸਲਾ ਕਿੱਥੇ ਚਲਾ ਗਿਆ ਮੈਨੂੰ ਨਹੀਂ ਪਤਾ। ਮਹਾਰਾਜ ਨੇ ਚਟਨੀਆਂ ਵੀ ਖਵਾਉਣੀਆਂ, ਇੰਨੀਆਂ ਮਿਰਚਾਂ ਵਾਲੀਆਂ, ਜਦ ਕਿ ਪਾਇਲਸ ਵਾਸਤੇ ਤੁਹਾਨੂੰ ਪਤਾ ਇਹ ਜ਼ਹਿਰ ਹੈ। ਮਹਾਰਾਜ ਦੇ ਕੋਲ ਬੈਠ ਕੇ ਉਹ ਸਾਰਾ ਪ੍ਰਸ਼ਾਦ ਛਕ ਕੇ ਆਉਣਾ। ਉਹ ਮਹਾਰਾਜ ਨੇ ਉਸ ਪ੍ਰਸ਼ਾਦ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਉਸ ਸੇਵਾ ਨੇ, ਨਿੱਕੀ ਜਿਹੀ ਇੱਕ ਸੇਵਾ ਨੇ, ਜਿਹੜਾ ਮੈਂ ਪਿਛਲੇ 10 ਸਾਲ ਤੋਂ ਉਸ ਪ੍ਰੋਬਲਮ ਨਾਲ
ਟੱਕਰਾਂ ਮਾਰ ਰਿਹਾ ਸੀਗਾ, ਜਿਹਦਾ ਕੋਈ ਇਲਾਜ ਨਹੀਂ ਸੀ। ਇਲਾਜ ਬਿਮਾਰੀ ਹੈ ਫਿਜ਼ੂਲਾ ਐਂਡ ਪਾਈਲਸ। ਥੋੜ੍ਹੀ ਦੇਰ ਤੁਹਾਨੂੰ ਜ਼ਰੂਰ ਠੀਕ ਹੋਏਗਾ ਮੈਡੀਸਨ ਨਾਲ, ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਪ੍ਰੋਬਲਮ ਦੇ ਦੇਗੀ। ਗੁਰੂ ਜੀ ਨੇ ਐਸੀ ਬਖਸ਼ਿਸ਼ ਕੀਤੀ, ਇੱਕ ਛੋਟੀ ਜਿਹੀ ਸੇਵਾ, ਮਹਾਰਾਜ ਨੇ ਉਹ ਛੋਟੀ ਜਿਹੀ ਸੇਵਾ ਕਰਵਾ ਕੇ ਇੰਨੀ ਕਿਰਪਾ ਕਰਤੀ ਕਿ ਸ਼ਾਇਦ ਉਹਨਾਂ ਨੂੰ ਪਤਾ ਸੀਗਾ ਕਿ ਇਹ ਸੇਵਾਦਾਰ ਨੂੰ ਅੱਗੋਂ ਬੜੀਆਂ ਸੇਵਾ ਦੇਣੀਆਂ ਨੇ, ਇਹਨੂੰ ਅੱਜ ਠੀਕ ਕਰ ਦੇਣ ਚ ਭਲਾਈ ਹੈ। ਉਹ ਗੁਰੂ ਜੀ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ। ਸ਼ੁਕਰਾਨਾ ਗੁਰੂ ਮਹਾਰਾਜ ਦਾ ਕਿ ਸਾਨੂੰ ਉਹਨਾਂ ਨੇ ਉਸ ਵੱਡੀ ਪ੍ਰੋਬਲਮ ਚੋਂ ਕੱਢ ਕੇ ਆਪਣੇ ਚਰਨਾਂ ਨਾਲ ਜੋੜਿਆ। ਸੰਗਤ ਜੀ, ਉਸ ਤੋਂ ਅੱਗੇ ਟਾਈਮ ਚੱਲਦਾ ਰਿਹਾ। 2007 ਦੇ ਵਿੱਚ ਗੁਰੂ ਮਹਾਰਾਜ ਨੇ ਜਿਹੜੇ ਸਾਲ 'ਚ ਚੋਲਾ ਛੱਡਿਆ ਸੀ, ਉਦੋਂ ਮਹਾਰਾਜ ਦਾ ਜਿਹੜਾ ਤੁਸੀਂ ਸੰਗਤ ਨੇ ਕੈਲੰਡਰ ਦੇਖਿਆ ਹੈਗਾ, ਮਹਾਰਾਜ ਬਹੁਤ ਡੂੰਘੀ ਸੋਚ 'ਚ ਪਏ ਹੋਏ ਨੇ। ਉਸ ਪਿਕਚਰ ਦੇ ਵਿੱਚ, ਉਸ ਮਹਾਰਾਜ ਦੇ ਸਰੂਪ 'ਚ ਮਹਾਰਾਜ ਬਹੁਤ ਜ਼ਿਆਦਾ ਸੋਚ ਨੇ, ਕਿਉਂਕਿ ਸ਼ਾਇਦ ਮਹਾਰਾਜ ਨੂੰ ਪਤਾ ਸੀ ਕਿ ਮੈਂ ਹੁਣ ਇਹ ਚੋਲਾ, ਦੁਨਿਆਵੀ ਚੋਲਾ ਛੱਡ ਦੇਣਾ ਹੈ, ਫਿਜ਼ੀਕਲ ਫਾਰਮ। ਸਾਡੇ ਕੋਲ ਵੀ ਉਹ ਮਹਾਰਾਜ ਦਾ ਕੈਲੰਡਰ ਉਸ ਸਾਲ ਦਾ 2007 ਦਾ ਸਾਨੂੰ ਵੀ ਮਿਲਿਆ। ਉਹ ਮੇਰੀ ਆਦਤ ਸੀਗੀ ਕਿ ਮੈਂ ਜਦੋਂ ਵੀ ਸਵੇਰੇ ਉੱਠ ਕੇ ਘਰ ਸਾਰੀ ਪੂਜਾ ਪਾਠ ਕਰਨੀ ਹੈ, ਜਿੰਨੇ ਵੀ ਸਰੂਪ ਰੱਖੇ ਹੋਏ ਨੇ ਭਗਵਾਨ ਦੇ, ਸ਼ਿਵ ਜੀ ਦੇ, ਗਣੇਸ਼ ਜੀ ਦੇ, ਹਰ ਇੱਕ ਦੇਵੀ ਦੇਵਤਿਆਂ ਦੇ ਸਰੂਪ ਘਰ 'ਚ ਪਏ ਨੇ। ਗੁਰੂ ਜੀ ਦਾ ਸਰੂਪ ਵੀ ਪਿਆ ਹੈ। ਉਹ ਮੈਂ ਉਹ ਸਰੂਪ ਦੇ ਉੱਤੇ ਚੰਦਨ ਦਾ ਟਿੱਕਾ ਪਹਿਲੇ ਦਿਨ ਲਗਾਇਆ। ਜਦੋਂ ਮਹਾਰਾਜ ਦੇ ਮੱਥੇ ਤੇ ਪਹਿਲੇ ਮੈਂ ਚੰਦਨ ਟਿੱਕਾ ਲਗਾਇਆ, ਤਾਂ ਉਹ ਚੰਦਨ ਦਾ ਟਿੱਕਾ ਲਗਾਉਣ ਤੋਂ ਬਾਅਦ ਵਿਦਇਨ ਸੈਕਿੰਡਸ ਮਹਾਰਾਜ ਦਾ ਮੱਥਾ ਵਾਈਟ ਹੋ ਗਿਆ ਉਨੀ ਜਗ੍ਹਾ ਤੋਂ। ਕਿਉਂਕਿ ਜਦੋਂ ਮੈਂ ਮਹਾਰਾਜ ਦੇ ਕੋਲ ਅੰਪਾਇਰ ਸਟੇਟ 'ਚ ਬੈਠਦਾ ਹੁੰਦਾ ਸੀ ਤੇ ਮਹਾਰਾਜ ਦੇ ਮੱਥੇ ਵਾਲੀ ਨਿਗਾਹ ਮਾਰਦਾ ਸੀ, ਉਹਨਾਂ ਵੱਲ ਹੀ ਦੇਖਦਾ ਰਹਿੰਦਾ ਸੀ, ਉਹਨਾਂ ਦੇ ਸਰੂਪ ਵੱਲ ਦੇਖਦਾ ਰਹਿੰਦਾ ਸੀ, ਚਿਹਰੇ ਵੱਲ ਦੇਖਦਾ ਰਹਿੰਦਾ ਸੀ। ਔਰ ਹਰ ਟਾਈਮ ਉਹ ਜਿਹੜੀ ਇੱਕ ਜਗ੍ਹਾ ਸੈਂਟਰ ਦੇ ਵਿੱਚ ਮਹਾਰਾਜ ਦੇ ਮੱਥੇ ਵੱਲ ਦੇਖੀ ਦੀ ਸੀ, ਉਹ ਬਲੂਇਸ਼ ਨਜ਼ਰ ਆਉਂਦੀ ਸੀ। ਔਰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਮਣੀ ਚਮਕਦੀ ਹੋਵੇ। ਮਹਾਰਾਜ ਆਪ ਤਾਂ ਬਹੁਤ ਗੋਰੇ ਔਰ ਰੂਪ ਡੁੱਲਦਾ ਜਾਂਦਾ ਸੀ, ਪਰ ਉਹਨੇ ਏਰੀਏ 'ਚੋਂ ਇਸ ਤਰ੍ਹਾਂ ਲੱਗਦਾ ਸੀ ਕਿ ਮਹਾਰਾਜ ਦਾ ਉਹਨਾਂ ਏਰੀਆ ਇੱਕ ਕੋਈ ਵੱਖਰੀ ਕੋਈ ਇੱਥੇ ਮਣੀ ਚਮਕ ਰਹੀ ਹੈ। ਮਹਾਰਾਜ ਨੇ ਉਸ ਚੀਜ਼ ਦਾ ਜਵਾਬ ਮੈਨੂੰ 2007 ਦੇ ਉਸ ਕੈਲੰਡਰ ਤੋਂ ਇੱਕ ਵਾਰੀ ਟਿੱਕਾ ਲਗਾਉਣ ਦੇ ਉੱਤੇ ਮਹਾਰਾਜ ਨੇ 19 ਜਗ੍ਹਾ ਨੂੰ ਸਫੇਦ ਕਰ ਦਿੱਤਾ। ਮੈਨੂੰ ਦੇਖ ਕੇ ਹੋਰ ਕਈ ਸੰਗਤਾਂ ਨੇ ਕੋਸ਼ਿਸ਼ ਕੀਤੀ, ਪਰ ਮਹਾਰਾਜ ਨੇ ਇੱਕੋ ਇੱਕ ਉਸ ਸਰੂਪ ਨੂੰ ਵਾਈਟ ਕਰਤਾ। ਸੰਗਤ ਜੀ, ਮੇਰੀ ਡੀਪੀ ਦੇ ਉੱਤੇ ਉਹੀ ਸਰੂਪ ਲੱਗਾ ਹੈ, ਉਹੀ ਸਰੂਪ ਜਿਹੜਾ ਮਹਾਰਾਜ ਨੇ ਉਹਨੇ ਏਰੀਏ ਨੂੰ ਅਲੱਗ ਹੀ ਚਮਕ ਰਿਹਾ। ਔਰ ਉਹਦੇ ਵਿੱਚ ਗਣੇਸ਼ ਜੀ ਤੇ ਓਮ ਦੇ ਦਰਸ਼ਨ ਮਹਾਰਾਜ ਨੇ ਦਿੱਤੇ। ਉਹ ਮਹਾਰਾਜ ਸਾਖਸ਼ਾਤ ਪਰਮਾਤਮਾ ਦਾ ਰੂਪ। ਉਸ ਭੋਲੇਨਾਥ ਨੇ ਬੜੀ ਕਿਰਪਾ ਕੀਤੀ। ਜਦੋਂ ਗੁਰੂ ਚਰਨਾਂ 'ਚ ਬੈਠਣਾ ਔਰ ਮੈਂ ਟੂਰ ਤੇ ਜਾਂਦਾ ਹੁੰਦਾ ਸੀ, ਤੇ ਪਹਿਲਾਂ ਵੀ ਮੈਂ ਤੁਹਾਨੂੰ ਇਹ ਰਿਕੁਐਸਟ ਕੀਤੀ ਸੰਗਤ ਨੂੰ ਕਿ ਮੈਂ ਇਹੀ ਗੱਲ ਮਹਾਰਾਜ ਤੋਂ ਪੁੱਛਦਾ ਸੀ ਕਿ ਤੁਸੀਂ ਕੌਣ ਹੈਗੇ ਹੋ, ਕਿਉਂਕਿ ਮੈਂ ਸ਼ਿਵ ਭਗਤ ਸੀਗਾ। ਮਹਾਰਾਜ ਜਦੋਂ ਵੀ ਜਾਣਾ ਹੈ, ਸ਼ਿਵ ਜੀ ਨੂੰ ਹੀ ਪੂਜਣਾ। ਛੋਟੇ ਹੁੰਦਿਆਂ ਤੋਂ ਸਾਰੀ ਫੈਮਿਲੀ ਸ਼ਿਵ ਜੀ ਦੇ ਭਗਤ, ਹਰ ਇੱਕ ਨੇ ਜਦ ਤੱਕ ਪਰਿਵਾਰ ਚੋਂ ਸਵੇਰੇ ਸ਼ਿਵ ਜੀ ਨੂੰ ਜਲ ਨਹੀਂ ਚੜਾਉਣਾ, ਤਦ ਤੱਕ ਅਸੀਂ ਸ਼ਾਇਦ ਅਨਜਲ ਨਹੀਂ ਸੀ ਲਈਦਾ। ਜਦੋਂ ਗੁਰੂ ਜੀ ਕੋਲ ਜਾਣਾ, ਇੱਕੋ ਹੀ ਸਵਾਲ ਹੋਣਾ ਕਿ ਗੁਰੂ ਜੀ ਤੁਸੀਂ ਕੌਣ ਹੋ, ਮੈਨੂੰ ਦੱਸੋ। ਪੂਰੀ ਲਾਈਫ ਸੀ ਮਹਾਰਾਜ ਦੇ ਨਾਲ, ਹਰ ਵਾਰੀ ਪਰਮਾਤਮਾ ਦਾ ਧਿਆਨ ਤਾਂ ਕਰੀਦਾ ਹੀ ਸੀਗਾ, ਆਪਣਾ ਜਿਹੜਾ ਪੂਜਾ ਪਾਠ ਚੱਲਦਾ ਰਹਿੰਦਾ ਸੀਗਾ। ਮੈਂ ਇੱਕ ਵਾਰੀ ਰਾਮਾਇਣ ਪੜ੍ਹ ਰਿਹਾ ਸੀਗਾ, ਨਵੰਬਰ ਦੇ ਮਹੀਨੇ ਦੀ ਗੱਲ ਹੈ 2006 ਦੇ ਵਿੱਚ। ਰਾਮਾਇਣ ਦਾ ਪਾਠ ਆਪਣਾ ਕਰ ਰਿਹਾ ਸੀ ਤੇ ਬੈਠੇ ਬੈਠੇ ਮਹਾਰਾਜ ਦੀ ਮੇਰੀ ਕਨੈਕਸ਼ਨ ਸਿੱਧਾ ਹੋ ਗਿਆ ਵਿਜ਼ਨ ਦੇ ਵਿੱਚ। ਮੈਂ ਮਹਾਰਾਜ ਦੇ ਨਾਲ ਅੰਪਾਇਰ ਸਟੇਟ ਦੇ ਵਿੱਚ ਬੈਠਾ। ਜਿਹੜੇ ਰੂਮ ਚੋਂ ਮਹਾਰਾਜ ਨਿਕਲ ਕੇ ਆਉਂਦੇ ਸੀ, ਮੈਂ ਉਸ ਐਵਰੇਜ ਮੈਂ ਉੱਥੇ ਜਾ ਕੇ ਬੈਠਦਾ ਸੀ ਉਸ ਕਾਰਨਰ ਦੇ ਵਿੱਚ, ਕਿ ਨਿਕਲਦੇ ਹੋਏ, ਕਿਉਂਕਿ ਵੈਸੇ ਤਾਂ ਹਿੰਮਤ ਨਹੀਂ ਸੀ ਪੈਂਦੀ ਕਿਉਂਕਿ ਗੱਲ ਕਰ ਸਕੀਏ, ਪਰ ਹੁੰਦਾ ਸੀ ਵੀ ਨਿਕਲ ਰਹੇ ਮਹਾਰਾਜ ਨੂੰ ਚਰਨਾਂ ਨੂੰ ਜ਼ਰੂਰ ਹੱਥ ਲਗਾ ਲਈਦਾ ਸੀਗਾ ਵੀ ਇਹ ਇਸੇ ਬਹਾਨੇ ਹੱਥ ਲੱਗ ਜਾਣਗੇ, ਮੱਥਾ ਟੇਕਿਆ ਜਾਏਗਾ। ਮਹਾਰਾਜ ਦੇ ਨਾਲ ਮੈਂ ਉਸ ਕਾਰਨਰ ਤੇ ਬੈਠਾ ਆਵਾਂ ਜਿੱਥੋਂ ਮਹਾਰਾਜ ਨਿਕਲਦੇ ਨੇ, ਤੇ ਮਹਾਰਾਜ ਦੀ ਮੇਰੇ ਨਾਲ ਅੱਖ ਨਾਲ ਅੱਖ ਮਿਲ ਗਈ ਤੇ ਹੱਸ ਪਏ, ਮੁਸਕਰਾ ਪਏ, ਮੇਰੇ ਵੱਲ ਦੇਖਦੇ ਨੇ। ਤੇ ਮੈਂ ਫੇਰ ਕਿਹਾ, ਮਹਾਰਾਜ ਤੁਸੀਂ ਕੌਣ ਹੋ? ਮਹਾਰਾਜ ਕਹਿੰਦੇ ਅੱਛਾ। ਥੋੜੀ ਅੱਗੇ ਗਏ ਤੇ ਮਹਾਰਾਜ ਨੇ ਆਪਣੇ ਆਪ ਨੂੰ ਇੱਕ ਰੂਪ ਵਿੱਚ, ਸ਼ਿਵ ਰੂਪ ਚ ਕਨਵਰਟ ਕਰ ਲਿਆ। ਉਹ ਦੂਸਰੇ ਮਹਾਰਾਜ ਆਪਣੇ ਉਸੇ ਰੂਪ ਦੇ ਵਿੱਚ ਜਾ ਕੇ ਗੱਦੀ ਤੇ ਬੈਠ ਗਏ। ਮਹਾਰਾਜ ਨੇ ਸ਼ਿਵ ਰੂਪ ਚ ਕਨਵਰਟ ਜਦੋਂ ਹੋਏ ਤੇ ਮੇਰੇ ਵੱਲ ਦੇਖ ਕੇ ਹੱਸ ਕੇ ਕਹਿੰਦੇ ਆ ਜਾ ਹੁਣ। ਮੈਂ ਕਿਹਾ ਗੁਰੂ ਜੀ, ਕਿਉਂਕਿ ਨਿਕਲਿਆ ਮੂੰਹ ਚੋਂ ਗੁਰੂ ਜੀ। ਕਹਿੰਦੇ ਆ ਜਾ, ਤੂੰ ਜੋ ਚਾਹੁੰਦਾ ਸੀ ਮੈਂ ਤੈਨੂੰ ਦਿਖਾਣਾ ਮੈਂ ਕੌਣ ਆ। ਗੁਰੂ ਜੀ, ਸ਼ਿਵ ਜੀ ਨੇ ਤੇ ਮੈਂ ਕਰੀਬਨ ਅੱਧਾ ਪੌਣਾ ਘੰਟਾ ਡਾਂਸ ਕੀਤਾ, ਔਰ ਮੇਰੇ ਨਾਲ ਡਾਂਸ ਕਰ ਰਹੇ ਨੇ, ਨਾਲੇ ਹੱਸ ਰਹੇ। ਕਹਿੰਦੇ ਹੁਣ ਖੁਸ਼ ਹੈ?
ਔਰ ਮੈਂ ਗੁਰੂ ਜੀ ਨੂੰ ਕਿਹਾ, ਮੈਂ ਕਿਹਾ ਮੈਨੂੰ ਨਾ ਸ਼ਰਮ ਆ ਰਹੀ ਹੈ ਕਿ ਸਾਰੇ ਲੋਕੀ ਦੇਖਦੇ ਪਏ ਨੇ, ਆਪਾਂ ਡਾਂਸ ਕਰਦੇ ਪਏ ਹਾਂ। ਮੈਨੂੰ ਕਹਿੰਦੇ ਤੇਰੇ ਤੇ ਮੇਰੇ ਤੋਂ ਇਲਾਵਾ ਤੀਸਰਾ ਬੰਦਾ ਇਸ ਚੀਜ਼ ਨੂੰ ਨਹੀਂ ਦੇਖ ਰਿਹਾ, ਮੈਂ ਖਾਲੀ ਤੈਨੂੰ ਦਰਸ਼ਨ ਦਿੱਤੇ ਨੇ, ਤੂੰ ਆਪਣਾ ਆਨੰਦ ਲੈ, ਮੌਜਾਂ ਲੈ। ਅੱਧਾ ਪੌਣਾ ਘੰਟਾ ਡਾਂਸ ਕਰਨ ਤੋਂ ਬਾਅਦ ਮਹਾਰਾਜ ਸ਼ਿਵ ਰੂਪ ਫੇਰ ਉਸ ਰੂਪ ਦੇ ਵਿੱਚ ਅਲੋਪ ਹੋ ਗਿਆ। ਮੈਂ ਬੜਾ ਖੁਸ਼, ਉਹ ਭਾਈ ਸਾਹਿਬ ਨੂੰ ਮੈਂ ਸੁਣਾਇਆ ਸਤਸੰਗ। ਮੈਂ ਕਿਹਾ ਜੀ ਭਾਈ ਸਾਹਿਬ, ਗੁਰੂ ਜੀ ਨੇ ਅੱਜ ਸ਼ਿਵ ਰੂਪ ਦੇ ਵਿੱਚ ਅੱਜ ਮੈਨੂੰ ਦਰਸ਼ਨ ਦੇ ਕੇ ਮੇਰੇ ਨਾਲ ਡਾਂਸ ਕੀਤਾ। ਉਹ ਵੀ ਬੜੇ ਪ੍ਰਸੰਨ ਹੋਏ, ਕਹਿੰਦੇ ਰਮੇਸ਼ ਤੇਰੀ ਜਿਹੜੀ ਸ਼ਿਵ ਜੀ ਦੇ ਨਾਲ ਤੇਰਾ ਲਗਾਵ ਹੈ, ਜੁੜਾਵ ਹੈ, ਗੁਰੂ ਜੀ ਨੇ ਤੈਨੂੰ ਦੱਸਤਾ ਕਿ ਉਹ ਮਹਾਸ਼ਿਵ ਨੇ, ਸੋ ਤੂੰ ਆਪਣੀ ਲਾਈਨ ਦੇ ਵਿੱਚ ਸਹੀ ਚ ਆ ਚੁੱਕਾ ਹੈ, ਗੁਰੂ ਜੀ ਦੇ ਨਾਲ ਜੁੜਿਆ ਰਹਿ, ਮਹਾਰਾਜ ਦੇ ਗੁਣ ਗਾਇਆ ਕਰ। ਅਸੀਂ ਗੁਰੂ ਜੀ ਦੇ ਨਾਲ ਜੁੜਦੇ ਗਏ, ਪਰ ਜਦੋਂ ਮਹਾਰਾਜ ਨੇ ਚੋਲਾ ਛੱਡਿਆ 2007 ਦੇ ਵਿੱਚ, ਤਾਂ ਸਾਡੇ ਮਨ ਦੇ ਵਿੱਚ ਆ ਗਿਆ ਕਿ ਹੁਣ ਮਹਾਰਾਜ ਚਲੇ ਗਏ, ਹੁਣ ਪਿੱਛੋਂ ਕੀ ਹੋਏਗਾ ਸਾਡੇ ਨਾਲ। ਕਿਉਂਕਿ ਮਹਾਂਪੁਰਸ਼ਾਂ ਨੂੰ ਰੱਬ ਮੰਨਣਾ, ਅਸੀਂ ਬਹੁਤ ਜਿਹੜੀ ਸੰਗਤ ਇਸ ਟਾਈਮ ਬੈਠੀ ਹੈ, ਅੱਜ ਜਿੰਨੀ ਨਵੀਂ ਸੰਗਤ ਜੁੜ ਰਹੀ ਹੈ, ਹੈਟਸ ਆਫ ਨੇ ਕਿ ਇਹ ਸੰਗਤ ਨੇ ਮਹਾਰਾਜ ਨੂੰ ਰੱਬ ਦੇ ਰੂਪ ਵਿੱਚ ਮੰਨਿਆ। ਅਸੀਂ ਨਹੀਂ ਮੰਨਿਆ ਸੀ ਰੱਬ ਦੇ ਰੂਪ ਵਿੱਚ, ਕਿਉਂਕਿ ਇੱਕ ਇਨਸਾਨ ਨੂੰ ਰੱਬ ਮੰਨਣਾ ਬਹੁਤ ਮੁਸ਼ਕਲ ਹੈ। ਜਿੰਨਾ ਮਰਜ਼ੀ ਕੋਈ ਕਵੇ ਜੀ ਕਿ ਮੈਂ ਤਾਂ ਮੰਨ ਲਿਆ ਸੀਗਾ, ਨਹੀਂ। ਅੱਜ ਦੀ ਤਰੀਕ 'ਚ ਸਾਰੇ ਕਹਿੰਦੇ ਜੀ ਅਸੀਂ ਤਾਂ ਮੰਨਦੇ ਸੀਗੇ, ਉਹ ਜੇ ਕਹਿੰਦੇ ਨੇ ਤਾਂ ਬਿਲਕੁਲ ਝੂਠ ਬੋਲਦੇ ਨੇ। ਅਸੀਂ ਵੀ ਨਹੀਂ ਸੀ ਮੰਨਿਆ ਕਿ ਸਾਡੇ ਸਾਹਮਣੇ ਰੱਬ ਬੈਠਾ ਹੈ। ਇੰਨਾ ਜ਼ਰੂਰ ਸੀ ਕਿ ਮਹਾਂਪੁਰਸ਼ ਨੇ, ਲੇਕਿਨ ਪਰਮਾਤਮਾ ਨੇ, ਮਹਾਸ਼ਿਵ ਨੇ, ਦੁਨੀਆ ਦਾ ਕਲਿਆਣ ਕਰਨ ਆਏ ਨੇ, ਅਸੀਂ ਇਸ ਗੱਲ ਨੂੰ ਨਹੀਂ ਮੰਨਣ ਨੂੰ ਤਿਆਰ ਸੀਗੇ। ਔਰ ਜਦੋਂ ਮਹਾਰਾਜ ਨੇ ਚੋਲਾ ਛੱਡਤਾ, ਉਸ ਤੋਂ ਬਾਅਦ ਤਾਂ ਲੱਗਣ ਲੱਗ ਗਿਆ ਕਿ ਹੁਣ ਤਾਂ ਮਹਾਰਾਜ ਚਲੇ ਗਏ, ਹੁਣ ਕੀ ਹੋਣਾ ਹੈ। ਪਰ ਮਹਾਰਾਜ, ਤੁਹਾਨੂੰ ਵੀ ਪਤਾ, ਉਹ ਤਾਂ ਇਹੀ ਕਹਿ ਕੇ ਗਏ ਸੀ ਕਿ ਮੇਰੇ ਜਾਣ ਤੋਂ ਬਾਅਦ ਲਾਈਨਾਂ ਲੱਗਣਗੀਆਂ, ਔਰ ਵਾਕਈ ਉਹ ਕੰਮ ਹੋਇਆ। ਅਸੀਂ 2007 ਤੋਂ ਬਾਅਦ ਸਾਡਾ ਹੌਲੀ ਹੌਲੀ ਕਨੈਕਸ਼ਨ ਟੁੱਟਣਾ ਸ਼ੁਰੂ ਹੋ ਗਿਆ, ਔਰ ਕੋਈ ਜ਼ਿਆਦਾ ਉਸ, ਕਿਉਂਕਿ ਗੁਰੂ ਜੀ ਚਲੇ ਗਏ, ਕੋਈ ਜ਼ਿਆਦਾ ਕਨੈਕਸ਼ਨ ਨਹੀਂ ਰਿਹਾ ਸਾਡਾ ਗੁਰੂ ਜੀ ਨਾਲ। ਪਰ ਜਦੋਂ ਵੀ ਅਸੀਂ ਗੁੜਗਾਉਂ ਆਪਣੇ ਪੇਰੈਂਟਸ ਵੱਲ, ਭਾਈ ਸਾਹਿਬ ਵੱਲ ਫੋਨ ਕਰਨਾ, ਜਦੋਂ ਵੀ ਗੱਲ ਹੋਣੀ ਤਾਂ ਕਿੱਥੇ ਹੋ ਜੀ, ਸਤਸੰਗ ਤੇ ਆ। ਅਸੀਂ ਬੜੇ ਹੈਰਾਨ ਵੀ ਹੋਣਾ, ਉਹ ਮਨ 'ਚ ਕੁੜਨਾ ਵੀ ਕਿ ਜਦੋਂ ਵੀ ਫੋਨ ਇਹਨਾਂ ਨੂੰ ਕਰਦੇ ਹਾਂ, ਇਹ ਕਹਿੰਦੇ ਅਸੀਂ ਸਤਸੰਗ ਤੇ ਹੈਗੇ ਹਾਂ। ਉਹ ਸਾਡੇ ਲੁਧਿਆਣੇ ਦੇ ਵਿੱਚ ਘਰ ਤਾਂ ਕੋਈ ਸਤਸੰਗ ਕੀ ਕੋਈ ਜਾਣਦਾ ਤੱਕ ਨਹੀਂ ਗੁਰੂ ਜੀ ਨੂੰ। ਉਹ ਰੋਜ਼ ਹੀ ਇੱਥੇ ਜਦੋਂ ਫੋਨ ਕਰੋ ਸਤਸੰਗ ਤੇ ਚੱਲੇ ਆ ਜੀ। ਟਾਈਮ ਨਿਕਲਦਾ ਗਿਆ। ਤਕਰੀਬਨ ਮੇਰੀ ਬੇਟੀ ਨੇ 2011 ਦੇ ਵਿੱਚ ਦਿੱਲੀ ਜੁਆਇਨ ਕੀਤੀ ਆਪਣੀ ਸਟੱਡੀ ਨੂੰ ਇੰਪਰੂਵ ਕਰਨ ਲਈ, IIT ਨੂੰ। ਫਿਰਜ਼ੇ ਦੇ ਵਿੱਚ ਉਹਨੇ IIT ਵਾਸਤੇ ਆਪਣੀ ਸਟੱਡੀ ਇੰਪਰੂਵ ਕਰਨ ਲਈ ਕੋਚਿੰਗ ਸੈਂਟਰ 'ਚ ਵੱਡੇ ਭਾਈ ਸਾਹਿਬ ਕੋਲ ਉੱਥੇ ਚਲੀ ਗਈ ਗੁੜਗਾਉਂ, ਔਰ ਉੱਥੇ ਜਾ ਕੇ ਪੜ੍ਹਨ ਲੱਗ ਗਈ। ਔਰ ਉਸ ਪੀਰੀਅਡ 'ਚ ਕਿਉਂਕਿ ਉਹ ਵੀ ਹੁਣ ਉੱਥੇ ਸੀਗੀ ਭਾਈ ਸਾਹਿਬ ਕੋਲ, ਤੇ ਉਹਨੇ ਵੀ ਜਾਣਾ ਨਾਲ ਸਤਸੰਗ ਤੇ ਜਾਣਾ। ਜਦੋਂ ਵੀ ਜਾਣਾ ਹਮ ਸਤਸੰਗ ਗਏ ਥੇ ਪਾਪਾ, ਗੱਲਾਂ ਸੁਣਨੀਆਂ, ਠੀਕ ਹੈ ਜੀ, ਸਾਡੇ ਇੱਥੇ ਕੋਈ ਸਤਸੰਗ ਨਹੀਂ। ਉਹਦਾ ਉੱਥੇ ਬੈਠ ਕੇ ਜੀ ਹੌਲੀ ਹੌਲੀ ਕਰਕੇ ਗੁਰੂ ਜੀ ਦੇ ਨਾਲ ਬਹੁਤ ਜ਼ਿਆਦਾ ਬੌਂਡਿੰਗ ਹੋ ਗਈ, ਬਹੁਤ ਜ਼ਿਆਦਾ ਕਨੈਕਸ਼ਨ ਗੁਰੂ ਜੀ ਦੇ ਨਾਲ ਜੁੜ ਗਿਆ ਉਹਦਾ। ਕਈ ਗੱਲਾਂ ਉਹਨਾਂ ਨੇ ਕਰਨੀਆਂ, ਗੱਲਾਂ ਬਾਤਾਂ ਕਰਨੀਆਂ, ਔਰ ਸਾਨੂੰ ਉਸ ਚੀਜ਼ ਤੇ ਇੰਨੀ ਸਮਝ ਨਹੀਂ ਸੀ ਕਿ ਜਿੰਨੀਆਂ ਉਹ ਗੁਰੂ ਜੀ ਦੇ ਨਾਲ ਉਸ ਟਾਈਮ ਜੁੜ ਕੇ ਉਹਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਇੱਕ ਟਾਈਮ ਆਇਆ ਕਿ 2012 ਦੇ ਵਿੱਚ ਸਾਨੂੰ ਵੱਡੇ ਭਾਈ ਸਾਹਿਬ ਨੇ ਮੈਸੇਜ ਦਿੱਤਾ ਕਿ ਤੇਰੇ ਲੁਧਿਆਣੇ 'ਚ ਮਾਰਚ ਦੇ ਮਹੀਨੇ 'ਚ ਸਤਸੰਗ ਸ਼ੁਰੂ ਇਸ ਜਗ੍ਹਾ ਤੇ ਹੋ ਰਿਹਾ, ਔਰ ਤੁਸੀਂ ਸਤਸੰਗ ਤੇ ਜ਼ਰੂਰ ਜਾ ਕੇ ਆਉਣਾ। ਇੰਨੀ ਗੱਲ ਸੁਣਨ ਦੀ ਸੀ ਕਿ ਜਿਵੇਂ ਸਾਨੂੰ ਲੱਗਿਆ ਕਿ ਸਾਡੀ ਤਾਂ ਲਾਟਰੀ ਖੁੱਲ ਗਈ। ਅਸੀਂ ਬੜੇ ਖੁਸ਼। ਮੈਂ ਘਰ ਆ ਕੇ ਆਪਣੀ ਆਂਟੀ ਨੂੰ ਕਿਹਾ, ਮੈਂ ਕਿਹਾ ਕੁਕੂ ਸਤਸੰਗ ਲੁਧਿਆਣੇ ਸ਼ੁਰੂ ਹੋ ਰਿਹਾ, ਔਰ ਇਹ ਐਡਰੈਸ ਆਇਆ ਵਾ, ਆਪਾਂ ਚੱਲਣਾ ਹੈ। ਉਹਨਾਂ ਦਿਨਾਂ 'ਚ ਸੰਗਤ ਜੀ ਨਵਰਾਤਰੇ ਚੱਲ ਰਹੇ ਸੀਗੇ, ਔਰ ਸਾਡੇ ਘਰ ਦੇ ਵਿੱਚ ਰਿਵਾਜ ਹੈ ਕਿ ਅਸੀਂ ਖੇਤਰੀ ਜ਼ਰੂਰ ਬੀਜਦੇ ਸੀਗੇ, ਪੂਰੇ ਦੇ ਪੂਰੇ ਨਵਰਾਤਰੇ ਰੱਖਣੇ। ਉਹ ਨਵਰਾਤੇ 'ਚ ਤੁਹਾਨੂੰ ਪਤਾ ਰੱਖਣ ਦਾ ਮਤਲਬ ਹੈਗਾ ਕਿ ਕੋਈ ਪਿਆਜ਼, ਕੋਈ ਐਸੀ ਚੀਜ਼ ਖਾਣਾ ਬਿਲਕੁਲ ਵਰਜਿਤ ਗਿਣਿਆ ਜਾਂਦਾ। ਪਰ ਮਨ ਦੇ ਵਿੱਚੋਂ ਕੋਈ ਗੱਲ ਆਈ ਕਿ ਮੈਂ ਕਿਹਾ ਕੁਕੂ, ਗੁਰੂ ਜੀ ਨੇ ਆਪਾਂ ਨੂੰ ਸਤਸੰਗ ਦਿੱਤਾ ਹੈ, ਔਰ ਆਪਾਂ ਅੱਜ ਨਵਰਾਤੇ ਚੱਲਦੇ, ਪਰ ਆਪਾਂ ਉੱਥੇ ਜਾ ਕੇ ਪ੍ਰਸ਼ਾਦ ਜ਼ਰੂਰ ਖਾਣਾ ਹੈ, ਧਿਆਨ ਰੱਖੀ। ਕਹਿੰਦੀ ਕੋਈ ਗੱਲ ਨਹੀਂ ਜੀ। ਅਸੀਂ ਸਤਸੰਗ ਤੇ ਗਏ, ਬੜੇ ਖੁਸ਼, ਭੰਗੜੇ ਪਾਉਂਦੇ ਹੀ ਗਏ, ਜਿਹਨੂੰ ਕਹਿੰਦੇ ਨੇ ਵੀ ਲਿਟਰਲੀ ਭੰਗੜੇ, ਇੰਨੇ ਖੁਸ਼ ਗਏ ਕਿ ਵਾਹ ਸਾਨੂੰ ਸਤਸੰਗ ਮਿਲ ਗਿਆ। ਗਏ, ਸਤਸੰਗ ਅਟੈਂਡ ਕੀਤਾ, ਗੁਰੂ ਜੀ ਦਾ ਲੰਗਰ ਕੀਤਾ, ਲੰਗਰ ਕਰਕੇ ਅਸੀਂ ਘਰ ਵਾਪਸ ਆ ਗਏ। ਅਪ੍ਰੈਲ ਤੋਂ ਬਾਅਦ ਮਾਰਚ ਤੋਂ ਬਾਅਦ ਅਪ੍ਰੈਲ ਦੇ ਵਿੱਚ ਦੁਬਾਰਾ ਸਤਸੰਗ ਸੀ, ਔਰ ਅਪ੍ਰੈਲ ਦੇ ਵਿੱਚ ਹੀ ਗੁਰੂ ਜੀ ਨੇ ਮੇਰੀ ਬੇਟੀ ਨੂੰ ਇੱਕ ਵਿਜ਼ਨ ਦਿੱਤਾ ਕਿ ਆਪਣੇ ਮਾਂ ਪਿਓ ਨੂੰ ਕਹਿ ਇਸ ਤਰੀਕ ਨੂੰ ਜਲੰਧਰ ਮੰਦਿਰ ਜਾ ਕੇ ਮੱਥਾ ਟੇਕ ਕੇ ਆਉਣ, ਔਰ ਲੰਗਰ ਕਰਕੇ ਆਉਣ। ਅਸੀਂ ਸੰਗਤ ਜੀ ਇੱਥੇ ਲੁਧਿਆਣੇ 'ਚ ਹੁੰਦੇ ਵੀ ਕਦੀ ਜਲੰਧਰ ਮੰਦਿਰ ਅਸੀਂ ਜੁੜੇ ਗੁਰੂ ਜੀ ਦੇ ਨਾਲ, ਅੰਪਾਇਰ ਸਟੇਟ ਤੋਂ ਸੀਗੇ, ਸਾਨੂੰ ਜਲੰਧਰ ਮੰਦਿਰ ਬਾਰੇ ਕੁਝ ਵੀ ਨਹੀਂ ਪਤਾ ਸੀ।
ਵੀ ਜਲੰਧਰ ਗੁਰੂ ਜੀ ਦੀ ਮੇਨ ਗੱਦੀ ਹੈ, ਕਿ ਮਹਾਰਾਜ ਨੇ ਉੱਥੇ ਬਹੁਤ ਦੇਰ ਤੱਕ ਜਲੰਧਰ ਮੰਦਿਰ ਰਹੇ ਨੇ। ਸਾਨੂੰ ਇਹਨਾਂ ਪਤਾ ਲੱਗਾ ਕਿ ਇਸ ਤਰੀਕ ਨੂੰ ਬੇਟੀ ਨੇ ਜਦੋਂ ਕਿਹਾ, ਜਦੋਂ ਅਸੀਂ ਅਪ੍ਰੈਲ ਦੇ ਮਹੀਨੇ 'ਚ ਸਤਸੰਗ ਦੇ ਲਈ ਪਲੈਨਿੰਗ ਕਰ ਰਹੇ ਸੀਗੇ, ਤੇ ਉਸ ਟਾਈਮ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਜਲੰਧਰ ਮੰਦਿਰ ਵੀ ਸਤਸੰਗ ਹੁੰਦਾ ਔਰ ਉੱਥੇ ਮੱਥਾ ਟੇਕਣ ਜਾਣਾ। ਅਸੀਂ ਉਸ ਮੱਥਾ ਟੇਕਣ ਦੇ ਲਈ ਜਲੰਧਰ ਮੰਦਿਰ ਚਲੇ ਗਏ। ਜਿਹੜੀ ਤਰੀਕ ਨੂੰ ਬੇਟੀ ਨੇ ਕਿਹਾ ਸੀ ਸੰਗਤ ਜੀ, ਉਸ ਤਰੀਕ ਨੂੰ ਪੂਰਨਮਾਸ਼ੀ ਸੀ, ਔਰ ਜਲੰਧਰ ਮੰਦਿਰ ਪੂਰਨਮਾਸ਼ੀ ਨੂੰ ਹੀ ਲੰਗਰ ਹੁੰਦਾ, ਮਹੀਨੇ 'ਚ ਇੱਕ ਵਾਰੀ। ਨਾ ਸਾਨੂੰ ਪਤਾ ਸੀ ਪੂਰਨਮਾਸ਼ੀ ਉਸ ਦਿਨ, ਨਾ ਹੀ ਬੇਟੀ ਨੂੰ ਪਤਾ ਸੀ, ਔਰ ਨਾ ਹੀ ਬੇਟੀ ਨੂੰ ਪਤਾ ਸੀ ਕਿ ਜਲੰਧਰ ਮੰਦਿਰ 'ਚ ਮਹੀਨੇ 'ਚ ਇੱਕ ਵਾਰੀ ਲੰਗਰ ਹੁੰਦਾ। ਵਿਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਲੰਧਰ ਮੰਦਿਰ ਗਏ, ਮੱਥਾ ਟੇਕਿਆ, ਲੰਗਰ ਕੀਤਾ, ਬਹੁਤ ਅੱਛਾ ਲੱਗਿਆ। ਜਾਂਦਿਆਂ ਨੂੰ ਛੋਟੀ ਮੋਟੀ ਸੇਵਾ ਮਿਲ ਗਈ ਸਾਫ਼ ਸਫਾਈ ਦੀ, ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੇ, ਮਨ ਦੇ ਵਿੱਚ ਬਹੁਤ ਖੁਸ਼ੀ। ਔਰ ਅਸੀਂ ਉੱਥੋਂ ਮੱਥਾ ਟੇਕ ਕੇ ਵਾਪਸ ਆ ਗਏ ਜਲੰਧਰ ਮੰਦਿਰ ਤੋਂ। ਅਪ੍ਰੈਲ ਦਾ ਮਹੀਨੇ ਦੇ ਐਂਡ ਤੇ ਜਾ ਕੇ ਸਤਸੰਗ ਸੀ, ਸਤਸੰਗ ਅਟੈਂਡ ਕੀਤਾ, ਔਰ ਉੱਥੇ ਅੱਗੇ ਮਈ ਦੇ ਮਹੀਨੇ ਵਾਸਤੇ ਕੋਈ ਬੰਦਾ ਨਹੀਂ ਸੀਗਾ ਜਿਹਨੇ ਜਿਹੜਾ ਕਵੇ ਕਿ ਮੈਂ ਅਗਲੇ ਮਹੀਨੇ ਸਤਸੰਗ ਕਰਾਵਾਂਗਾ। ਮਹਾਰਾਜ ਨੇ ਪ੍ਰੇਰਨਾ ਦਿੱਤੀ ਤੇ ਤੀਸਰਾ ਸਤਸੰਗ ਲੁਧਿਆਣੇ 'ਚ ਦਾ ਮੌਕਾ ਸਾਨੂੰ ਦਿੱਤਾ ਗੁਰੂ ਜੀ ਨੇ ਸਤਸੰਗ ਕਰਵਾਉਣ ਦੇ ਲਈ ਸੇਵਾ ਦਾ। ਅਸੀਂ ਉਹ ਤੀਸਰੇ ਸਤਸੰਗ ਵਾਸਤੇ ਇਨਵਾਈਟ ਦੁਗਰੀ ਮੰਦਿਰ ਜਾ ਕੇ ਕਹਿ ਕੇ ਸੰਗਤ ਨੂੰ, ਜਿਸ ਤਰ੍ਹਾਂ ਵਿਆਹ ਵਾਲਾ ਫੰਕਸ਼ਨ ਹੁੰਦਾ ਹੈ ਉਸ ਤਰ੍ਹਾਂ ਦਾ ਮਹਾਰਾਜ ਨੇ ਸਾਡੇ ਕੋਲੋਂ ਉਹ ਫੰਕਸ਼ਨ ਕਰਵਾਇਆ, ਗੁਰੂ ਜੀ ਦਾ ਉਹ ਸਤਸੰਗ ਕਰਵਾਇਆ। ਜਲੰਧਰ ਮੰਦਿਰ ਸਾਰੀ ਸੰਗਤ ਨੂੰ, ਗੁਰੂ ਜੀ ਦੇ ਭੈਣ ਜੀ ਜਲੰਧਰ ਮੰਦਿਰ ਤੋਂ ਬਹੁਤ ਪੁਰਾਣੀਆਂ ਸੰਗਤਾਂ, ਕ੍ਰਿਸ਼ਨਾ ਭੈਣ ਜੀ ਆਏ, ਗੁਰੂ ਜੀ ਦਾ ਸਾਰਾ ਪਰਿਵਾਰ, ਨਾਨਕਾ ਪਰਿਵਾਰ, ਦਾਦਕਾ ਪਰਿਵਾਰ, ਸਾਰੇ ਲੁਧਿਆਣੇ ਸਤਸੰਗ ਤੇ ਆਏ। ਅਸੀਂ ਕਿਸੇ ਨੂੰ ਨਹੀਂ ਜਾਣਦੇ। ਗੁਰੂ ਜੀ ਨੇ ਇੰਨੀ ਕੁ ਸੰਗਤ ਭੇਜਤੀ ਕਿ ਅਸੀਂ ਸੋਚ ਵੀ ਨਹੀਂ ਸਕਦੇ। ਇਸ ਸਤਸੰਗ ਦੇ ਦਰਮਿਆਨ ਮਹਾਰਾਜ ਨੇ 2-3 ਚੀਜ਼ਾਂ ਮੈਨੂੰ ਵਿਜ਼ਨ 'ਚ ਦਿੱਤੀਆਂ। ਪਹਿਲਾਂ ਮਹਾਰਾਜ ਨੇ ਮੈਨੂੰ, ਜਦੋਂ ਮੈਂ ਸਤਸੰਗ ਦੀ ਪਲੈਨਿੰਗ ਸ਼ੁਰੂ ਕੀਤੀ ਤੇ ਮਨ 'ਚ ਸੋਚਿਆ ਕਿ ਮਹਾਰਾਜ ਦਾ ਸਰੂਪ ਕਿਹੜਾ ਬਣਾਇਆ ਜਾਵੇ ਸਤਸੰਗ ਤੇ ਲਗਾਉਣ ਦੇ ਲਈ। ਉਸ ਟਾਈਮ ਮੈਂ ਭਾਈ ਸਾਹਿਬ ਨੂੰ ਫੋਨ ਕਰਕੇ ਕਿਹਾ, ਮੈਂ ਕਿਹਾ ਗੁਰੂ ਜੀ ਦਾ ਸਰੂਪ ਚਾਹੀਦਾ। ਉਹ ਕਹਿਣਗੇ ਬੇਟਾ ਕੋਈ ਕੰਪਿਊਟਰ ਖੋਲੋ, ਉਹ 'ਚੋਂ ਤੁਹਾਨੂੰ ਕੋਈ ਸਰੂਪ ਦੇਖ ਕੇ ਤੇ ਬਣਵਾ ਲਓ ਸਰੂਪ, ਜਾਂ ਤੁਹਾਨੂੰ ਮੈਂ ਸਰੂਪ ਤੁਹਾਡੇ ਕੋਲ ਛੋਟਾ ਹੈਗਾ ਉਹਨੂੰ ਦੇਖ ਕੇ ਉਹ ਬਣਵਾ ਲਓ। ਮੈਂ ਮਹਾਰਾਜ ਦੀ ਕਿਰਪਾ ਨਾਲ ਹੱਥ ਜੋੜੇ ਔਰ ਕੰਪਿਊਟਰ ਨੂੰ ਔਨ ਕੀਤਾ। ਕੰਪਿਊਟਰ ਔਨ ਕਰਕੇ ਕਿਹਾ, ਮੈਂ ਕਿਹਾ ਜੀ ਜਿਹੜਾ 1 ਨੰਬਰ ਤੇ ਸਰੂਪ ਹੋਏਗਾ ਆਪਾਂ ਉਹੀ ਬਣਵਾ ਲਵਾਂਗੇ, ਗੁਰੂ ਜੀ ਦੀ ਕਿਰਪਾ ਨਾਲ ਉਹੀ ਸਰੂਪ ਨੂੰ ਤਿਆਰ ਕਰਾਵਾਂਗੇ। ਸੰਗਤ ਜੀ, ਜਿਹੜਾ ਸਰੂਪ ਮਹਾਰਾਜ ਦਾ ਉਸ ਟਾਈਮ ਤੇ ਜਿਹੜੇ ਸਰੂਪ ਆਪਾਂ ਮਹਾਰਾਜ ਦੀ ਡਾਊਨਲੋਡ ਕੀਤੇ ਹੋਏ ਸੀਗੇ, ਕੰਪਿਊਟਰ ਤੇ ਆਏ ਹੋਏ ਸੀਗੇ, ਉਹ ਮਹਾਰਾਜ ਦਾ ਸਰੂਪ 27ਵਾਂ ਨੰਬਰ ਸੀਗਾ। ਉਹ 1 ਨੰਬਰ ਤੇ ਸਰੂਪ ਪਿਆ ਸੀ ਮਹਾਰਾਜ ਦਾ। ਉਹ 1 ਨੰਬਰ ਤੇ ਮਹਾਰਾਜ ਦਾ ਸਰੂਪ ਅਵੇ ਐਂਡ ਵਰ ਮੁਦਰਾ ਦਾ ਸਰੂਪ ਹੈ, ਜਿਹਦੇ 'ਚ ਮਹਾਰਾਜ ਆਸ਼ੀਰਵਾਦ ਵੀ ਦੇ ਰਹੇ ਨੇ ਔਰ ਸਿਰ ਤੇ ਹੱਥ ਵੀ ਰੱਖ ਰਹੇ ਨੇ ਤੇ ਆਸ਼ੀਰਵਾਦ ਵੀ ਦੇ ਰਹੇ ਨੇ। ਉਹ ਦੈਟ ਇਜ਼ ਕਾਲਡ ਅਵੇ ਐਂਡ ਵਰ ਮੁਦਰਾ। ਉਹ ਸਰੂਪ ਮੈਂ ਬੇਟੇ ਨੂੰ ਕਿਹਾ ਇਹਨੂੰ ਡਾਊਨਲੋਡ ਕਰਕੇ ਤੇ ਆਪਾਂ ਦਾ ਪ੍ਰਿੰਟ ਕਢਾ ਕੇ ਗੁਰੂ ਜੀ ਦਾ ਸਰੂਪ ਬਣਾਵਾਂਗੇ, ਵੱਡਾ ਸਰੂਪ। ਬਹੁਤ ਵਧੀਆ ਸਰੂਪ ਬਣਵਾਇਆ ਜੀ, ਔਰ 3 ਦਿਨਾਂ ਬਾਅਦ ਉਹ ਸਰੂਪ ਆਪਣੀ ਜਗ੍ਹਾ ਤੇ ਵਾਪਸ ਚਲਾ ਗਿਆ। ਦੁਬਾਰਾ ਕਦੀ ਉਹ ਸਰੂਪ ਉਸ ਪੋਜੀਸ਼ਨ ਤੇ ਆਇਆ ਹੀ ਨਹੀਂ, ਜਿਹੜੀ ਪੋਜੀਸ਼ਨ ਤੇ 1 ਨੰਬਰ ਤੇ 3 ਦਿਨ ਮਹਾਰਾਜ ਨੇ ਉਹਨੂੰ ਰੱਖਿਆ, ਇਹ ਕਹਿ ਕੇ ਕਿ ਇਹੀ ਸਰੂਪ ਮੇਰੇ ਸਤਸੰਗ ਵਾਸਤੇ ਲੱਗੇਗਾ। ਉਸ ਤੋਂ ਬਾਅਦ ਮਹਾਰਾਜ ਨੇ ਰੋਜ਼ ਰਾਤੀ ਮੈਨੂੰ 2-3 ਸ਼ਬਦ ਦੱਸਣੇ ਕਿ ਇਹ ਸ਼ਬਦ ਚੱਲੇਗਾ ਸਤਸੰਗ ਤੇ, ਇਹ ਸ਼ਬਦ ਚੱਲੇਗਾ ਸਤਸੰਗ ਤੇ। ਉਹ ਮੈਂ ਸਵੇਰੇ ਪੁਸ਼ਕਰਨਾ ਅੰਕਲ ਨੂੰ ਫੋਨ ਕਰਨਾ, ਮੈਂ ਕਿਹਾ ਇਹ ਵੀ ਸ਼ਬਦ ਹੈ ਜੀ। ਉਹਨਾਂ ਨੇ, ਕਿਉਂਕਿ ਅਸੀਂ ਕਦੇ ਜਾਈਦਾ ਸੀ ਕਿ ਜ਼ਰੂਰੀ ਨਹੀਂ ਸੀਗਾ ਕਿ ਜਿਹੜੇ ਸ਼ਬਦ ਉਹ ਹੈਗੇ ਨੇ ਅਸੀਂ ਉਸ ਟਾਈਮ ਸੁਣੇ ਹੋਣ ਗੁਰੂ ਜੀ ਕੋਲ ਜਾ ਕੇ। ਜਦੋਂ ਕਹਿਣਾ, ਕਿਉਂਕਿ ਉਹ ਔਨ ਐਵਰੇਜ ਹੀ ਉਹ ਥਰਸਡੇ ਤਾਂ ਪੱਕਾ ਹੀ ਜਾਂਦੇ ਸੀਗੇ, ਹਰ ਥਰਸਡੇ ਜਾਣਾ। ਹੋਰ ਵੀ ਕਿਤੇ ਬਾਹਰ ਸਤਸੰਗ ਹੋਣੇ ਤੇ ਜਾਂਦੇ ਸੀਗੇ ਗੁਰੂ ਜੀ ਦੇ ਕੋਲ, ਜਿਹੜੇ ਬਲੈਸਡ ਸ਼ਬਦ ਮਹਾਰਾਜ ਦੇ ਟਾਈਮ ਤੇ ਚੱਲਦੇ ਸੀ। ਮਹਾਰਾਜ ਨੇ ਮੈਨੂੰ ਵਿਜ਼ਨ ਦਿੰਦੇ ਕਿ ਮੈਂ ਭਾਈ ਸਾਹਿਬ ਨੂੰ ਪੁੱਛਦਾ ਗਿਆ, ਉਹ ਕਹਿਣ ਲੱਗੇ ਇਹ ਵੀ ਸ਼ਬਦ ਹੈਗਾ, ਇਹ ਵੀ ਸ਼ਬਦ ਚੱਲਦਾ ਰਮੇਸ਼, ਇਹ ਵੀ ਸ਼ਬਦ ਚੱਲਦਾ ਹੈ। ਉਹ ਜਿਹੜੇ ਸ਼ਬਦ ਚੱਲਦੇ ਸੀ, ਮੈਂ ਕਿਹਾ ਜੀ ਫਿਰ ਡਿਊਟੀ ਤੁਹਾਡੀ ਹੈ, ਇਹ ਸ਼ਬਦ ਤੁਸੀਂ ਇਹਨਾਂ ਨੂੰ ਤਿਆਰੀ ਕਰਵਾ ਲਓ ਔਰ ਇਹ ਤੁਸੀਂ ਉਹ ਚਲਾਣੇ ਨੇ, ਆ ਕੇ ਪਲੇ ਲਿਸਟ ਬਣਾਉਣੀ ਔਰ ਸਤਸੰਗ ਦੇ ਵਿੱਚ ਘਰ ਇਹ ਤੁਸੀਂ ਹੀ ਡਿਊਟੀ ਦਿਓਗੇ। ਉਸ ਸ਼ਬਦ ਬਣਾ ਕੇ ਲਿਆਏ, ਮਹਾਰਾਜ ਦੇ ਉਹੀ ਸ਼ਬਦ ਚੱਲੇ। 3 ਦਿਨ ਤੱਕ ਉਸ ਜਗ੍ਹਾ ਤੋਂ ਮਹਾਰਾਜ ਦੀ ਫ੍ਰੈਗਨੈਂਸ ਨਹੀਂ ਸੀ ਗਈ। ਦੁਨੀਆ ਆਂਦਿਆਂ ਦੀ ਪੁੱਛਦੀ ਸੀ ਕਿ ਕਿਹੜੀ ਅਗਰਬੱਤੀ ਲਗਾਈਏ, ਪਰ ਅਸੀਂ ਕਿਹਾ ਸਾਡੇ ਕੋਲ ਨਾ ਧੂਫ ਨਾ ਅਗਰਬੱਤੀ, ਇਹ ਸਾਡੇ ਗੁਰੂ ਜੀ ਨੇ। ਜਿਹੜੀ ਫ੍ਰੈਗਰੈਂਸ ਕਿਸੇ ਨੂੰ ਚੰਦਨ ਦੇ ਰੂਪ 'ਚ, ਕਿਸੇ ਨੂੰ ਗੁਲਾਬ ਦੇ ਰੂਪ 'ਚ, ਕਿਸੇ ਨੂੰ ਇਤਰ ਦੇ ਰੂਪ ਦੇ ਵਿੱਚ, ਮਹਾਰਾਜ ਨੇ ਕਿਹਨੂੰ ਕਿਸ ਰੂਪ 'ਚ ਖੁਸ਼ਬੂ ਦੇਣੀ ਹੈ, ਕਿਸ ਰੂਪ 'ਚ ਦਰਸ਼ਨ ਦੇਣੇ, ਗੁਰੂ ਮਹਾਰਾਜ ਨੂੰ ਪਤਾ ਹੈ। ਉਸ ਟਾਈਮ ਦੇ ਉੱਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ ਅਸੀਂ ਵਿਜ਼ਨ ਦੇ ਵਿਚਕਾਰ ਮਹਾਰਾਜ ਦੀ ਉਡੀਕ ਕਰ ਰਹੇ ਹਾਂ ਔਰ ਗੁਰੂ ਜੀ ਕਾਰ ਦੇ ਵਿਚਕਾਰ ਆਏ ਨੇ। ਔਰ ਥੋੜੇ ਰਸਤੇ ਦੇ ਵਿਚਕਾਰ, ਜਿੱਥੇ ਮੇਰਾ ਜਿਹੜੀ ਲੇਨ ਦੇ ਵਿੱਚ ਮੇਰਾ ਘਰ ਸੀਗਾ, ਗੁਰੂ ਜੀ ਨੇ ਉੱਥੇ ਗੱਡੀ ਰੋਕ ਲਈ। ਮੈਨੂੰ ਕਹਿੰਦੇ ਚੱਲ ਉਤਰ,
ਮੈਂ ਕਿਹਾ ਜੀ ਇੱਧਰ ਕੀ ਕਰਨ ਜਾਣਾ, ਕਿਉਂਕਿ ਮੇਰਾ ਘਰ ਬਹੁਤ ਛੋਟਾ ਜੀ, ਇੰਨਾ ਵੱਡਾ ਨਹੀਂ ਕਿ ਸੰਗਤ ਬਹੁਤ ਜ਼ਿਆਦਾ ਆ ਸਕੇ। ਅਸੀਂ ਇੱਕ ਭਵਨ ਦੇ ਵਿਚਕਾਰ ਸਤਸੰਗ ਰੱਖਿਆ ਸੀ। ਗੁਰੂ ਜੀ ਕਹਿੰਦੇ ਇੱਧਰ ਤੇਰੀ ਗੱਲ, ਇਸ ਲੇਨ ਦੇ ਵਿੱਚ ਤੇਰਾ ਘਰ ਹੈਗਾ, ਪਹਿਲਾਂ ਆਪਾਂ ਘਰ ਚੱਲਣਾ, ਫਿਰ ਸਤਸੰਗ ਵਾਲੀ ਜਗ੍ਹਾ ਤੇ ਜਾਵਾਂਗੇ। ਮਹਾਰਾਜ ਜੀ ਨੂੰ ਸਭ ਕੁਝ ਪਤਾ ਹੈ ਤੇ ਕੀ ਕਰਨਾ ਉਹਨਾਂ ਨੇ। ਮਹਾਰਾਜ ਮੇਰੇ ਨਾਲ ਘਰ ਆਏ, ਅਸੀਂ ਆ ਕੇ ਬੈਠ ਕੇ ਉਸ ਤੋਂ ਬਾਅਦ ਦੁਬਾਰਾ ਉਸ ਜਗ੍ਹਾ ਤੇ ਗਏ। ਇਹ ਗੁਰੂ ਮਹਾਰਾਜ ਦੀ ਮਿਹਰ ਨਹੀਂ ਤਾਂ ਹੋਰ ਕੀ ਹੈ। ਅਸੀਂ ਉਹਨਾਂ ਦਾ ਜਿੰਨਾ ਸ਼ੁਕਰਾਨਾ ਕਰ ਲਈਏ ਬਹੁਤ ਘੱਟ ਹੈ ਜੀ, ਬਹੁਤ ਥੋੜਾ ਹੈ। 2012 ਦੇ ਵਿਚਕਾਰ ਮੇਰੀ ਆਂਟੀ ਨੂੰ ਸੋਰਾਇਸਿਸ ਦੀ ਪ੍ਰੋਬਲਮ ਹੋ ਗਈ, ਸਕਿਨ ਸੋਰਾਇਸਿਸ ਦੀ ਪ੍ਰੋਬਲਮ ਹੋ ਗਈ। ਉਹ ਪ੍ਰੋਬਲਮ ਐਸੀ ਚੱਲੀ ਕਿ ਸਮਝ ਲਓ ਗੈਸ ਦੇ ਕੋਲ ਜਾਣਾ ਉਹਦੇ ਲਈ ਗੁਨਾਹ ਸੀਗਾ। 2 ਮਿੰਟ ਲਈ ਵੀ ਖੜੀ ਹੋ ਜਾਵੇ ਤਾਂ ਸਰੀਰ ਦੇ ਉੱਤੇ ਇੰਨੇ ਰੈਸ਼ਿਸ ਹੋ ਜਾਂਦੇ ਸੀ ਕਿ ਪੁੱਛੋ ਨਾ। ਮੈਂ ਕਈ ਹੋਮਿਓਪੈਥਿਕ, ਐਲੋਪੈਥੀ, ਆਯੁਰਵੈਦਿਕ ਦਵਾਈਆਂ ਦੇ ਵਿਚਕਾਰ ਅਸੀਂ ਕੇਰਲਾ ਦੀ ਇੱਕ ਸਟਾਈਲ ਹੈ, ਉਹ ਕਾਫੀ ਤੇਲ ਵਗੈਰਾ ਲਗਾ ਕੇ ਕਰਦੇ ਨੇ, ਕਾਫੀ ਜ਼ਿਆਦਾ ਉਹਨਾਂ ਦੀ ਫੀਸ ਹੈ। ਬਟ ਕੋਸ਼ਿਸ਼ ਇਹੀ ਕਿ ਮੇਰੀ ਆਂਟੀ ਠੀਕ ਹੋ ਜਾਏ। ਪਰ ਦਿਹਾੜੀ 'ਚ 25 ਤੋਂ 30 ਵਾਰ ਵੀ ਮੈਡੀਸਨ ਖਾਣ ਤੋਂ ਬਾਅਦ ਇਹ ਨਾਮੁਰਾਦ ਬਿਮਾਰੀ ਕਿ ਉਹ ਡੇਲੀ ਬਸ ਹਰ 5-7 ਮਿੰਟ ਬਾਅਦ ਪੋਜੀਸ਼ਨ ਹੈ ਕਿ ਇੰਨੇ ਰੈਸ਼ਿਸ ਹੋ ਜਾਣੇ ਕਿ ਆਪਣੇ ਆਪ ਤੋਂ ਨਹੀਂ ਸੀ ਦੇਖੇ ਜਾਂਦੇ। ਤੇ ਜਿਹੜਾ ਬੰਦਾ ਝੇਲ ਰਿਹਾ ਹੋਵੇ, ਇਸ ਤਰ੍ਹਾਂ ਲੱਗਦਾ ਜਿਵੇਂ ਉਹ ਕਹਿੰਦੀ ਜਿਵੇਂ ਸਰੀਰ ਦੇ ਅੰਦਰੋਂ ਅੱਗ ਨਿਕਲ ਰਹੀ ਹੈ। ਬਹੁਤ ਪਰੇਸ਼ਾਨ ਸੀ। ਇਹਦੇ ਵਿਚਕਾਰ ਸਾਡੇ ਵੱਡੇ ਭਾਈ ਸਾਹਿਬ ਸ਼ਿਵ ਪੁਸ਼ਕਰਨਾ ਜੀ ਇੱਕ ਦਿਨ ਫੋਨ ਕਰਕੇ ਕਹਿੰਦੇ ਰਮੇਸ਼ ਤੂੰ ਇੱਕ ਕੰਮ ਕਰ, ਸਵੇਰੇ ਲੋਟਾ ਰੱਖ ਗੁਰੂ ਜੀ ਦੇ ਮਹਾਰਾਜ ਦਾ ਚਰਨਾਂ 'ਚ। ਮੈਂ ਕਿਹਾ ਜੀ ਉਹ ਤਾਂ ਕਹਿੰਦੇ ਵੱਡੇ ਮੰਦਰ ਤੋਂ ਬਲੈਸ ਕਰਾਉਣਾ ਪੈਂਦਾ। ਕਹਿੰਦੇ ਤੁਸੀਂ ਇਹਨੂੰ ਲੋਟੇ ਨੂੰ ਮਹਾਰਾਜ ਦੇ ਚਰਨਾਂ 'ਚ ਰੱਖੋ, ਮਾਂਜ ਕੇ ਨਿੰਬੂ ਤੇ ਨਮਕ ਨਾਲ, ਔਰ ਇਹਦਾ ਜਲ ਪੀਣਾ ਸ਼ੁਰੂ ਕਰੋ। ਅਸੀਂ ਮਹਾਰਾਜ ਦਾ ਹੁਕਮ ਮੰਨਦੇ ਹੋਏ ਲੋਟਾ ਮਹਾਰਾਜ ਦੇ ਚਰਨਾਂ 'ਚ ਰੱਖਿਆ। ਸਵੇਰੇ ਮੈਂ ਆਪਣੀ ਆਂਟੀ ਨੂੰ ਕਿਹਾ ਜਲ ਪ੍ਰਸ਼ਾਦ ਪੀਓ, ਅੱਧਾ ਜਲ ਪ੍ਰਸ਼ਾਦ ਪੀਣ ਲੱਗੇ, ਅੱਧੇ ਨਾਲ ਇਸ਼ਨਾਨ ਕਰਨ ਲੱਗ ਗਏ। ਉਹ ਸੋਰਾਇਸਿਸ ਨਾਂ ਦੀ ਬਿਮਾਰੀ ਜਿਹਨੂੰ ਡਾਕਟਰਾਂ ਦੀ ਕਿਤਾਬ 'ਚ ਲਿਖਿਆ ਗਿਆ ਹੈ ਇਹ ਲਾ ਇਲਾਜ ਬਿਮਾਰੀ ਹੈ, ਇਹਦਾ ਕੋਈ ਇਲਾਜ ਨਹੀਂਗਾ, ਉਹ ਕਿਹੜੇ ਪਾਸੇ ਚਲੀ ਗਈ, ਕਿੱਧਰ ਮਹਾਰਾਜ ਨੇ ਗਾਇਬ ਕਰ ਦਿੱਤੀ। ਜਿੰਨਾ ਸ਼ੁਕਰਾਨਾ ਮਹਾਰਾਜ ਦਾ ਕਰੀਏ, ਜਿੰਨਾ ਥੈਂਕਸ ਕਰੀਏ ਓਨਾ ਘੱਟ ਹੈ। ਕਿ ਦਵਾਈਆਂ ਸਰੀਰ ਦੇ ਉੱਤੇ ਆਪਣੇ ਆਪ ਨੂੰ ਭੁਗਤਣਾ, ਪੈਸਾ ਹਰ ਚੀਜ਼ ਲੱਗਣਾ, ਉਹ ਮਹਾਰਾਜ ਨੇ ਇੱਕ ਜਲ ਪ੍ਰਸ਼ਾਦ ਦੇ ਨਾਲ ਹੀ, ਜਿਹਦੇ 'ਚ ਇੰਨੀ ਕੁ ਪਾਵਰ ਹੈ ਜਿਹੜੀ ਮੁਰਦੇ ਨੂੰ ਜਿੰਦਾ ਕਰ ਦਿੰਦੀ ਹੈ। ਮਹਾਰਾਜ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕਹਿ ਲਓ ਇਹਨੂੰ, ਇਹ ਮਿੰਟ ਸਕਿੰਟ ਹੀ ਨੇ ਕਿ ਮਹਾਰਾਜ ਦੇ ਉਹ ਜਲ ਪ੍ਰਸ਼ਾਦ ਦੇ ਨਾਲ ਉਹ ਸੋਰਾਇਸਿਸ ਕਿੱਥੇ ਚਲੀ ਗਈ ਸਾਨੂੰ ਨਹੀਂ ਪਤਾ ਲੱਗਿਆ। ਉਹ ਰੋਜ਼ ਮਹਾਰਾਜ ਨੇ ਲੋਟੇ ਦੇ ਵਿਚਕਾਰ ਐਸੇ ਦਰਸ਼ਨ ਕਰਾਏ ਹੋਏ ਨੇ ਸੰਗਤ ਜੀ। ਮੇਰੇ ਕੋਲ ਮੈਂ ਤੁਹਾਨੂੰ ਕੀ ਦੱਸਾਂ ਕਿ ਪੂਰਾ ਸ਼ਿਵ ਪਰਿਵਾਰ ਬੈਠਾ ਨਜ਼ਰ ਆਉਣਾ, ਪੂਰੇ ਸ਼ੇਸ਼ਨਾਗ ਨਜ਼ਰ ਆਣੇ, ਪੂਰੇ ਓਮ ਨਜ਼ਰ ਆਣੇ। ਓਮ ਇੰਨੇ ਕੁ ਨਜ਼ਰ ਬਣਾਉਂਦੇ ਸੀ ਮਹਾਰਾਜ, ਜਿੰਨੀ ਦੇਰ ਤੱਕ ਪ੍ਰੋਬਲਮ ਰਹੀ ਉਹ ਦਰਸ਼ਨ ਹੁੰਦੇ ਰਹੇ, ਔਰ ਜਦੋਂ ਪ੍ਰੋਬਲਮ ਇੱਧਰੋਂ ਦੂਰ ਹੋਈ ਉਹ ਦਰਸ਼ਨ ਖਤਮ ਹੋ ਗਏ, ਦੁਬਾਰਾ ਦਰਸ਼ਨ ਨਹੀਂ ਕਰਾਏ ਮਹਾਰਾਜ ਨੇ। ਮਹਾਰਾਜ ਨੇ ਕਿਹਾ ਮੈਂ ਖੁਦ ਬੈਠਾ ਵਾਂ ਇਸ ਜਲ ਦੇ ਵਿੱਚ, ਬਿਮਾਰੀ ਕਿਵੇਂ ਠੀਕ ਨਹੀਂ ਹੋਏਗੀ। ਉਸ ਸੋਰਾਇਸਿਸ ਤੋਂ ਬਾਅਦ ਅਸੀਂ ਮਹਾਰਾਜ ਦੇ ਕੋਲ ਸੇਵਾ ਕਰਨੀ ਸ਼ੁਰੂ ਕਰਤੀ। 2012 ਤੋਂ ਮਹਾਰਾਜ ਦੇ ਸਤਸੰਗ ਚੱਲਣੇ ਸ਼ੁਰੂ ਹੋਏ ਲੁਧਿਆਣੇ 'ਚ, ਔਰ ਇਸ ਤਰ੍ਹਾਂ ਵੱਧਦੇ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਅੱਜ ਸ਼ਾਇਦ ਜੇ 30 ਦਿਨ ਹੈਗੇ ਨੇ ਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਕਿ ਸ਼ਾਇਦ 35 ਸਤਸੰਗ ਮਹੀਨੇ 'ਚ ਹੋਣ। ਰੋਜ਼ ਦੇ 2-2 ਸਤਸੰਗ ਵੀ ਮਹਾਰਾਜ ਸੇਵਾ ਦਿੰਦੇ ਨੇ। ਮਹਾਰਾਜ ਦਾ ਇੰਨਾ ਸ਼ੁਕਰ ਹੈ ਕਿ ਉਹਨਾਂ ਨੇ ਇਹ ਸੇਵਾ ਬਖਸ਼ੀ ਹੋਈ ਹੈ। 10 ਸਾਲ ਹੋ ਚੱਲੇ ਨੇ ਉਹਨਾਂ ਦੀ ਸੇਵਾ ਕਰ ਰਹੇ ਹਾਂ, ਔਰ ਆਪਣੀ ਸੇਵਾ ਦੇ ਵਿੱਚ ਸਾਨੂੰ ਲਗਾਈ ਰੱਖਣ। ਸਾਰੇ ਪਰਿਵਾਰ ਨੂੰ ਮਹਾਰਾਜ ਦੀ ਸੇਵਾ ਕਰੀਏ, ਇਸ ਤੋਂ ਵੱਡੀ ਹੋਰ ਕੋਈ ਬਖਸ਼ੀਸ਼ ਨਹੀਂ। ਮਹਾਰਾਜ ਨੇ ਬਖਸ਼ ਕੀਤੀ ਹੈ, ਬਖਸ਼ੀਸ਼ ਦਿੱਤੀ ਹੈ ਕਿ ਜਿਹੜਾ ਬੰਦਾ 10 ਮਿੰਟ ਲਈ ਖਲੋਣਾ ਵੀ ਜਿਹਦੇ ਲਈ ਮਰਨ ਵਾਲਾ ਕੰਮ ਹੋ ਜਾਂਦਾ ਸੀਗਾ, ਉਹਨੂੰ ਮਹਾਰਾਜ ਨੇ 5-5 7-7 ਘੰਟੇ ਦੀ ਡਿਊਟੀ ਖੜੇ ਹੋ ਕੇ ਦੇਣੀ, ਇਹ ਰੋਜ਼ ਦੇਣੀ। ਇਹ ਗੁਰੂ ਜੀ ਦੀ ਇਹ ਬਖਸ਼ਿਸ਼ ਹੀ ਹੈ ਕਿ ਅਸੀਂ ਉਹ ਸੇਵਾ ਕਰ ਰਹੇ ਨੇ। ਸਾਡੀ ਕੀ ਔਕਾਤ ਹੈ ਕਿ ਉਸ ਪਰਮਾਤਮਾ ਦੀ ਅਸੀਂ ਸੇਵਾ ਕਰ ਸਕੀਏ। ਮਹਾਰਾਜ ਨੇ ਜੇ ਸਾਨੂੰ ਕੁਝ ਸਾਡੇ 'ਚ ਕੁਝ ਥੋੜਾ ਬਹੁਤਾ ਮਹਾਰਾਜ ਨੇ ਸਾਨੂੰ ਪਿਆਰ ਦਿੱਤਾ ਹੈ ਤਾਂ ਅਸੀਂ ਉਹ ਮਹਾਰਾਜ ਦੀ ਸੇਵਾ ਕਰਦੇ ਪਏ ਹਾਂ। ਮਹਾਰਾਜ ਦੇ ਹੁਕਮ ਦੇ ਵਿੱਚ ਰਹਿਣਾ, ਮਹਾਰਾਜ ਦਾ ਹੁਕਮ ਮੰਨਣਾ ਕਹਿਣਾ ਬਹੁਤ ਸੌਖਾ ਹੈ, ਲੇਕਿਨ ਉਹਨੂੰ ਮੰਨਣਾ, ਉਹਨੂੰ ਇੰਪਲੀਮੈਂਟ ਕਰਨਾ ਬਹੁਤ ਔਖਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਬੇਟੀ 2011 'ਚ ਭਾਈ ਸਾਹਿਬ ਕੋਲ ਗੁੜਗਾਉਂ ਸੀ, ਔਰ ਉਹ ਤਿਆਰੀ ਕਰ ਰਹੀ ਸੀ, ਔਰ ਗੁਰੂ ਜੀ ਦੇ ਨਾਲ ਉਹਨੇ ਇੱਕੋ ਸ਼ਰਤ ਰੱਖੀ ਹੋਈ ਸੀ ਕਿ ਵੁੱਡ ਬੀ IIT ਤਿਆਰੀ ਕੀਤੀ, ਪੇਪਰ ਦਿੱਤੇ, ਬਟ ਰਿਜ਼ਲਟ ਵਧੀਆ ਨਹੀਂ ਆਇਆ। IIT 'ਚ ਉਹਦਾ ਰੈਂਕ ਨਹੀਂ ਆ ਸਕਿਆ, ਔਰ ਉਹਦਾ ਜਿਹੜਾ ਰੈਂਕ ਆਇਆ ਉਸ ਰੈਂਕ ਦੇ ਮੁਤਾਬਿਕ ਉਹਨੂੰ ਬਠਿੰਡੇ 'ਚ ਐਡਮਿਸ਼ਨ ਮਿਲੀ ਗਿਆਨੀ ਜੈਲ ਸਿੰਘ ਕਾਲਜ ਦੇ ਵਿਚਕਾਰ। ਲੁਧਿਆਣੇ ਆਏ, ਲੁਧਿਆਣੇ ਤੋਂ ਆ ਕੇ ਉਹਦੀ ਜਾ ਕੇ ਐਡਮਿਸ਼ਨ ਕਰਵਾਈ ਸੀ 2012 ਦੇ ਵਿਚਕਾਰ। ਸਤਸੰਗ ਤੇ ਵੀ ਆਈ ਤਾਂ ਬੜੀ ਨਾਰਾਜ਼ ਸੀਗੀ। ਜਿਹੜਾ ਮੈਂ ਤੁਹਾਨੂੰ 2012 ਦਾ ਮਈ ਦਾ ਸਤਸੰਗ ਦੱਸ ਰਿਹਾ ਉਹਦੇ 'ਚ ਨਾਰਾਜ਼ ਸੀ, ਗੁਰੂ ਜੀ ਨਾਲ ਬੜੀ
ਇਸ ਗੱਲ ਤੇ ਗੁੱਸੇ ਸੀ ਕਿ ਮੈਂ IIT ਮੰਗੀ ਸੀ ਗੁਰੂ ਜੀ, ਉਹ ਤੁਸੀਂ ਮੈਨੂੰ ਕਿੱਥੇ ਮਾਰਿਆ ਚੱਕ ਕੇ। ਉਹ ਬਠਿੰਡੇ ਗਿਆਨੀ ਜੈਲ ਸਿੰਘ ਕਾਲਜ ਦੇ ਵਿੱਚ ਆਪਣੀ ਸਟਰੀਮ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ। ਲੁਧਿਆਣੇ ਤੋਂ ਉਹਨੂੰ ਬੱਸ 'ਚ ਸਵੇਰੇ ਛੱਡ ਕੇ ਆਉਣਾ, ਫਿਰ ਹਰ 10 ਮਿੰਟ ਬਾਅਦ 15 ਮਿੰਟ ਬਾਅਦ ਉਹਨੂੰ ਪੁੱਛਣਾ ਕਿ ਬੇਟਾ ਹੁਣ ਤੂੰ ਕਿੱਥੇ ਪਹੁੰਚ ਗਿਆ। ਜਦ ਤੱਕ ਬਠਿੰਡੇ ਪਹੁੰਚ ਨਾ ਜਾਣਾ ਬੇਟੀ ਨੇ, ਮਨ ਨੂੰ ਸ਼ਾਂਤੀ ਨਹੀਂ ਸੀ ਪੈਂਦੀ। ਉਹ ਜਦੋਂ ਵਾਪਸ ਆਉਣਾ ਤਾਂ ਉਹਨੂੰ ਵਾਪਸ ਲੈ ਕੇ ਆਉਣਾ, ਹਰ ਜਗ੍ਹਾ ਤੇ ਪੁੱਛਣਾ ਅੱਧੇ ਘੰਟੇ ਬਾਅਦ, ਤੁਸੀਂ ਹੁਣ ਵਾਪਸੀ ਤੁਹਾਡੀ ਇੱਥੇ ਹੋ ਗਈ ਹੈ ਬੇਟਾ। ਘਰ ਲੈ ਕੇ ਆਉਣਾ। 2012 ਦਾ ਪੀਰੀਅਡ ਪੂਰਾ ਹੋ ਗਿਆ, 2 ਸਮੈਸਟਰ ਪੂਰੇ ਹੋ ਗਏ। ਤੀਸਰੇ ਸਮੈਸਟਰ 'ਚ ਐਡਮਿਸ਼ਨ ਹੋਈ, ਫਿਰ ਤੀਸਰਾ ਸਮੈਸਟਰ ਵੀ ਕਲੀਅਰ ਹੋ ਗਿਆ, ਚੌਥਾ ਸਮੈਸਟਰ ਚੱਲ ਰਿਹਾ ਸੀਗਾ, ਸਟਾਰਟ ਹੀ ਹੋਇਆ ਸੀ। ਉਸ ਪੀਰੀਅਡ 'ਚ ਮੈਂ ਨੇਪਾਲ ਗਿਆ ਹੋਇਆ ਸੀਗਾ ਟੂਰ ਦੇ ਉੱਤੇ। ਟੂਰ ਤੇ ਗਿਆ ਸੀ ਤੇ ਬੇਟੀ ਦੇ ਪਿੱਛੋਂ ਐਗਜ਼ਾਮ ਚੱਲ ਰਹੇ ਸੀਗੇ, ਔਰ ਉਹ ਦਸੰਬਰ ਦਾ ਮਹੀਨਾ ਸੀਗਾ ਅਪਰੋਕਸੀਮੇਟ, ਠੰਡ ਬਹੁਤ ਸੀਗੀ। ਔਰ ਮੈਂ ਬੇਟੇ ਨੂੰ ਕਹਿ ਗਿਆ ਕਿ ਇਹਨੂੰ ਸਵੇਰੇ ਟਾਈਮ ਦੇ ਉੱਤੇ ਬੱਸ ਸਟੈਂਡ ਤੇ ਛੱਡ ਆਇਆ ਕਰਨਾ। 6 ਵਜੇ ਨਿਕਲਦੀ ਸੀਗੀ ਪੇਪਰ ਦੇਣ ਲਈ ਲੁਧਿਆਣੇ ਤੋਂ। ਸਵੇਰੇ ਪੇਪਰ ਸੀਗਾ ਔਰ ਗੁਰੂ ਜੀ ਨੇ ਰਾਤੀ ਉਹਨੂੰ ਵਿਜ਼ਨ 'ਚ ਆ ਕੇ ਕਹਿੰਦੇ ਕਿ ਤੂੰ ਸਵੇਰੇ ਪੇਪਰ ਦੇਣ ਨਹੀਂ ਜਾਣਾ। ਇੱਕ ਬੜਾ ਦਿਮਾਗ ਤੇ ਬੋਝ ਪੈ ਗਿਆ ਕਿ ਗੁਰੂ ਜੀ ਤੁਸੀਂ ਕੀ ਕਹਿ ਰਹੇ ਹੋ ਕਿ ਸਵੇਰੇ ਪੇਪਰ ਦੇਣ ਨਹੀਂ ਜਾਣਾ। ਇਸ ਤੋਂ ਬਾਅਦ ਮੇਰੇ ਫਾਈਨਲ ਪੇਪਰ ਹੋਣੇ ਨੇ ਔਰ ਇਹ ਤਾਂ ਮੇਨ ਪੇਪਰ ਚੱਲਦੇ ਪਏ ਨੇ। ਗੁਰੂ ਜੀ ਕਹਿੰਦੇ ਤੈਨੂੰ ਕਿਹਾ ਨਾ ਪੇਪਰ ਦੇਣ ਨਹੀਂ ਜਾਣਾ। ਪਰ ਅਸੀਂ ਇਨਸਾਨੀ ਜੀਵ ਆ, ਐਡੀ ਜਲਦੀ ਇਹਨਾਂ ਗੱਲਾਂ ਦੇ ਵਿੱਚ ਵੀ ਗੁਰੂ ਜੀ ਕਹਿੰਦੇ ਪਏ ਨੇ ਪੇਪਰ ਨਹੀਂ ਦੇਣ ਜਾਣਾ। ਮੇਰੇ ਮਾਪਿਓ ਕੀ ਕਹਿਣਗੇ ਕਿ ਸ਼ਾਇਦ ਇਹਦੀ ਪੜ੍ਹਾਈ ਨਹੀਂ ਸੀ ਆਉਂਦੀ ਤੇ ਗੁਰੂ ਜੀ ਦਾ ਨਾਮ ਲੈ ਕੇ ਸ਼ਾਇਦ ਟੋਪੀ ਤਾਂ ਨਹੀਂ ਘੁਮਾਉਂਦੀ ਵੀ। ਉਹਨੇ ਕਿਹਾ ਜੀ ਕਿ ਮੈਂ ਪੇਪਰ ਦੇਣ ਜਾਵਾਂਗੀ। ਸੰਗਤ ਜੀ ਸਵੇਰੇ ਬੇਟਾ ਉਹਨੂੰ ਛੱਡ ਕੇ ਆਇਆ ਬੱਸ ਸਟੈਂਡ ਤੇ, ਬਠਿੰਡੇ ਦੀ ਬੱਸ 'ਚ ਬੈਠੀ। ਪਹਿਲਾ ਐਕਸੀਡੈਂਟ ਉਹਦਾ ਜਾ ਕੇ ਮੁੱਲਾਂਪੁਰ 'ਚ ਹੋਇਆ। ਅੱਗੇ ਰੈਮਡ ਹੋਈ ਬੱਸ ਸਿੱਧੀ ਸਰੀ ਵਾਲੇ ਟਰੱਕ 'ਚ, ਵਿੰਡੋ ਸਾਰੀਆਂ ਟੁੱਟ ਗਈਆਂ, ਸੱਟ ਥੋੜੀ ਜ਼ਿਆਦਾ ਵੀ ਲੱਗੀ। ਪਰ ਇਹਨੇ ਕਾਫੀ ਸਵਾਰੀਆਂ ਨੂੰ ਮਦਦ ਕਰਕੇ ਬਾਹਰ ਕੱਢ ਕੇ ਫਟਾਫਟ ਦੂਸਰੀ ਬੱਸ 'ਚ ਸ਼ਿਫਟ ਹੋ ਗਈ। ਫੇਰ ਆਵਾਜ਼ ਆਈ ਤੈਨੂੰ ਕਿਹਾ ਨਹੀਂ ਜਾਣਾ। ਫੇਰ ਬੱਸ 'ਚ ਬੈਠ ਗਈ। ਬਰਨਾਲਾ ਦੂਸਰਾ ਐਕਸੀਡੈਂਟ, ਬਰਨਾਲੇ ਐਕਸੀਡੈਂਟ ਹੋਇਆ। ਫੇਰ ਬੱਸ ਚੇਂਜ ਕੀਤੀ। ਤੀਸਰਾ ਐਕਸੀਡੈਂਟ ਜਦੋਂ ਬਠਿੰਡੇ ਪਹੁੰਚੀ, ਬਠਿੰਡੇ ਬੱਸ ਸਟੈਂਡ ਤੋਂ ਉਤਰੀ ਹੈ, ਫੇਰ ਪੈਰ ਸਲਿਪ ਕੀਤਾ, ਗੁੱਟ ਤੇ ਸੱਟ ਲੱਗੀ, ਕੂਹਣੀ ਤੇ ਸੱਟ ਲੱਗੀ। ਸੱਟ 'ਚ ਲੱਗੀ, ਉੱਠੀ, ਕਹਿੰਦੇ ਤੈਨੂੰ ਕਿਹਾ ਨਾ ਪੇਪਰ ਨਹੀਂ ਦੇਣੇ। ਪਰ ਫੇਰ ਆਪਾਂ ਆਪਣੀ ਇਨਸਾਨੀ ਆ। ਕਹਿੰਦੀ ਹੁਣ ਬਠਿੰਡੇ ਆ ਤਾਂ ਗਈ ਆ, ਇੰਨੀਆਂ ਸੱਟਾਂ ਖਾ ਕੇ ਪੇਪਰ ਤਾਂ ਮੈਂ ਦੇ ਕੇ ਹੀ ਜਾਵਾਂਗੀ। ਪੇਪਰ ਦਿੱਤੇ, ਘਰ ਵਾਪਸ ਆ ਗਈ। 2 ਦਿਨ ਦੇ ਬਾਅਦ ਮੈਂ ਵਾਪਸ ਟੂਰ ਤੇ ਨਿਕਲਿਆ ਸੀ। ਉਹਦੇ ਤੋਂ 2 ਦਿਨ ਬਾਅਦ ਮੈਂ ਵਾਪਸ ਘਰ ਆਇਆ। ਆ ਕੇ ਦੇਖਿਆ ਸੱਟਾਂ ਲੱਗੀਆਂ। ਮੈਂ ਬੇਟਾ ਕੀ ਗੱਲ? ਕੁਛ ਨਹੀਂ ਪਾਪਾ, ਕੋਈ ਮੈਨੂੰ ਉਹਨੇ ਕਲੀਅਰ ਨਹੀਂ ਕੀਤਾ। ਇੱਕ ਦਿਨ ਬੈਠੀ ਹੋਈ, ਕਿਉਂਕਿ ਉਹ ਲਾਸਟ ਪੇਪਰ ਸੀ ਉਹਦਾ ਉਸ ਟਾਈਮ। ਇੱਕ ਦਿਨ ਬੈਠੀ ਤੇ ਮੈਨੂੰ ਪੁੱਛਦੀ ਹੈ ਕਿ ਪਾਪਾ ਜੇ ਤੁਹਾਨੂੰ ਕੋਈ ਕਵੇ ਕਿ ਵੀ ਤੁਸੀਂ ਜੋ ਕੰਮ ਕਰ ਰਹੇ ਹੋ, ਮੇਰਾ ਜੀ ਛੋਟਾ ਜਿਹਾ ਕੰਮ ਹੈ ਜਿਹੜਾ ਵੀ ਮੇਰਾ ਰੇਟ ਚੱਲ ਰਿਹਾ ਵਾ, ਕਿ ਪਾਪਾ ਜੇ ਤੁਹਾਨੂੰ ਕੋਈ ਕਵੇ ਕਿ ਕੰਮ ਛੱਡ ਦਿਓ ਤੇ ਤੁਸੀਂ ਕੀ ਕਰੋਗੇ? ਮੈਂ ਕਿਹਾ ਬੇਟਾ ਇਹ ਡਿਪੈਂਡ ਕਰਦਾ ਕਿ ਕਹਿ ਕੌਣ ਰਿਹਾ ਵਾ। ਕਹਿੰਦੀ ਜੇ ਤੁਹਾਨੂੰ ਗੁਰੂ ਜੀ ਕਹਿਣ ਕਿ ਤੁਸੀਂ ਇਹ ਆਪਣਾ ਸਿੰਗ ਮਸ਼ੀਨ ਦਾ ਕੰਮ ਛੱਡ ਦਿਓ ਤੇ ਤੁਸੀਂ ਛੱਡ ਦਿਓਗੇ? ਮੈਂ ਕਿਹਾ ਜੇ ਗੁਰੂ ਜੀ ਕਹਿਣਗੇ ਤਾਂ ਮੈਂ ਛੱਡ ਦਿਆਂਗਾ ਬੇਟਾ, ਕੋਈ ਗੱਲ ਨਹੀਂ। ਕਹਿੰਦੀ ਫਿਰ ਮੈਂ ਕਿਹਾ ਕੀ ਗੱਲ? ਕਹਿੰਦੀ ਗੁਰੂ ਜੀ ਨੇ ਮੈਨੂੰ ਕਿਹਾ ਕਿ ਤੂੰ ਬਠਿੰਡੇ ਦੁਬਾਰਾ ਕਾਲਜ ਦੇ ਵਿੱਚ ਯੂਨੀਵਰਸਿਟੀ ਨਹੀਂ ਜਾਣਾ। ਮੈਂ ਕਿਹਾ ਫਿਰ ਛੱਡ ਦਿਓ। ਕਹਿੰਦੀ ਪਾਪਾ ਤੁਸੀਂ ਕੀ ਕਹਿ ਦਿੱਤਾ? ਮੈਂ ਕਿਹਾ ਬੇਟਾ ਛੱਡ ਦਿਓ ਪੜ੍ਹਾਈ, ਨਹੀਂ ਜਾਣਾ ਤਾਂ ਆਪਾਂ ਨੂੰ ਇਹਦੇ 'ਚ ਕਿਹੜੀ ਗੱਲ ਹੈ। ਜੇ ਗੁਰੂ ਜੀ ਨੇ ਕਿਹਾ ਨਾ ਤੇ ਆਪਾਂ ਨਹੀਂ ਜਾਣਾ। ਸਵੇਰ ਤੋਂ ਛੁੱਟੀ, ਕਾਲਜ ਬੰਦ, ਆਪਾਂ ਨਹੀਂ ਜਾਣਾ। ਘਰ ਬੈਠ ਗਏ ਜੀ, ਬੱਚਾ ਘਰ ਬੈਠ ਗਿਆ। ਕਿਸੇ ਨੂੰ ਅਸੀਂ ਗੱਲ ਦੇ ਤੋਂ ਦੱਸਿਆ ਨਹੀਂ ਗਿਆ, ਕਿਉਂਕਿ ਇਹ ਕਹਿਣਾ ਲੋਕੀ ਕਹਿਣਗੇ ਸ਼ਾਇਦ ਪਾਗਲ ਹੋ ਗਏ ਨੇ, ਮੂਰਖ ਹੋ ਗਏ ਨੇ ਕਿ ਬੱਚਾ ਪੜ੍ਹਦਾ ਪਿਆ, ਬੱਚਾ ਕਹਿੰਦਾ ਮੈਨੂੰ ਗੁਰੂ ਜੀ ਨੇ ਕਿਹਾ ਨਹੀਂ ਜਾਣਾ। ਮੈਂ ਕਿਹਾ ਨਹੀਂ ਜਾਣਾ ਬੇਟਾ, ਆਰਾਮ ਨਾਲ ਬੈਠ ਜਾਓ। ਪਰ ਮਨ ਦੇ ਵਿੱਚ ਫਿਰ ਇੱਕ ਸੋਚ ਆਈ ਕਿ ਚਲੋ ਆਪਾਂ ਇਹਨੂੰ ਤਾਂ ਨਹੀਂ ਭੇਜਦੇ, ਫੀਸ ਜਮ੍ਹਾਂ ਕਰਵਾ ਦਿੰਦੇ ਹਾਂ। ਅਸੀਂ ਫੀਸ ਜਮ੍ਹਾਂ ਕਰਵਾ ਦਿਆਂਗੇ, ਘੱਟੋ ਘੱਟ ਬੱਚੇ ਦਾ 1 ਸਾਲ ਤਾਂ ਬਚ ਜਾਏਗਾ, ਨਹੀਂ ਤਾਂ ਗੈਪ ਪੈ ਜਾਣਾ। ਮੈਂ ਜਾ ਕੇ 50,000 ਫੀਸ ਸੀਗੀ। ਮੈਂ ਜਿਵੇਂ ਹੀ ਬੈਂਕ ਦੇ ਵਿੱਚ ਐਂਟਰੀ ਕੀਤੀ, ਫੀਸ ਦਾ ਫਾਰਮ ਭਰਿਆ ਤੇ ਗੁਰੂ ਜੀ ਨੇ ਫੇਰ ਬੇਟੀ ਨੂੰ ਵਿਜ਼ਨ 'ਚ ਸਵੇਰ ਦੇ ਟਾਈਮ ਤੇ ਬੈਠੇ ਕਹਿੰਦੇ ਪਿਓ ਨੂੰ ਕਹਿ ਪੈਸੇ ਬਰਬਾਦ ਕਰੇਗਾ, ਵਾਪਸ ਆ ਜਾ ਬੈਂਕ 'ਚੋਂ, ਫੀਸ ਨਹੀਂ ਜਮ੍ਹਾਂ ਕਰਾਉਣੀ। ਮੈਨੂੰ ਬੇਟੀ ਦਾ ਫੋਨ ਆ ਗਿਆ ਕਿ ਗੁਰੂ ਜੀ ਕਹਿ ਰਹੇ ਨੇ ਫੀਸ ਨਹੀਂ ਜਮ੍ਹਾਂ ਕਰਾਉਣੀ, ਵਾਪਸ ਆ ਜਾ। ਮੈਂ ਪੈਸੇ ਜੇਬ 'ਚ ਪਾਏ, ਘਰ ਵਾਪਸ ਆ ਗਿਆ। ਮੈਂ ਕਿਹਾ ਬੇਟਾ ਫਾਰਮ ਵੀ ਫਾੜਤਾ। ਕਹਿੰਦੀ ਗੁਰੂ ਜੀ ਕਹਿੰਦੇ ਨੇ ਮੈਂ ਆਪੇ ਸੋਚਾਂਗਾ ਕੀ ਕਰਨਾ। ਸਾਨੂੰ ਉਸ ਟਾਈਮ ਕੁਝ ਨਹੀਂ ਸੀ ਪਤਾ ਕਿ ਗੁਰੂ ਜੀ ਅਸੀਂ ਕੀ ਕਰਨਾ। ਘਰ ਬੈਠ ਗਏ। ਜਨਵਰੀ ਗਈ, ਫਰਵਰੀ ਗਈ, ਮਾਰਚ ਨਿਕਲ ਗਿਆ। ਮਾਰਚ ਤੋਂ ਬਾਅਦ ਫਿਰ ਉਹਨੇ ਗੁਰੂ ਜੀ ਨੇ ਪੁੱਛਣਾ ਸ਼ੁਰੂ ਕੀਤਾ, ਗੁਰੂ ਜੀ ਹੁਣ ਦੱਸੋ ਮੈਂ ਕੀ ਕਰਾਂ? ਮੈਂ ਆਪੇ ਦੱਸਾਂਗਾ। ਮਾਰਚ ਤੋਂ ਬਾਅਦ ਗੁਰੂ ਜੀ ਨੇ ਬੇਟੀ ਨੂੰ ਵਿਜ਼ਨ ਦੇਣਾ ਸ਼ੁਰੂ ਕੀਤਾ, ਕਿਹੜੀ ਯੂਨੀਵਰਸਿਟੀ, ਕਿਹੜੀ ਸਟਰੀਮ, ਕਿੱਥੇ ਜਾਣਾ। ਮੈਨੂੰ ਕਹਿੰਦੀ ਗੁਰੂ ਜੀ ਕਹਿੰਦੇ ਨੇ UK ਜਾਣਾ ਤੂੰ ਪੜ੍ਹਨ ਦੇ ਲਈ, ਇਹ ਸਟਰੀਮ ਹੈ ਤੇਰੀ ਔਰ ਇਸ ਕਾਲਜ, ਇਸ ਯੂਨੀਵਰਸਿਟੀ 'ਚ, ਸ਼ੈਫੀਲਡ ਯੂਨੀਵਰਸਿਟੀ 'ਚ ਜਾਣਾ ਪੜ੍ਹਨ ਲਈ। ਇੱਥੇ ਆਪਣੇ ਅੱਗੇ ਤੈਨੂੰ ਮੈਂ ਗਾਈਡ ਕਰਾਂਗਾ, ਤੂੰ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦੇ। ਸੰਗਤ ਜੀ ਵਿਦਆਊਟ ਐਨੀ ਗਾਈਡ
ਲੈਣ, ਕਿਸੇ ਵੀ ਏਜੰਟ, ਕਿਸੇ ਵੀ ਪ੍ਰੋਪਰ ਕਿਸੇ ਬੰਦੇ ਦੇ ਰੋਜ਼ ਗੁਰੂ ਜੀ ਨੇ ਉਹਨੂੰ ਵਿਜ਼ਨ ਦੇਣਾ, ਉਹ ਰੋਜ਼ ਉਹਨੇ ਕਾਪੀ ਕੱਢਣੀ, ਰੋਜ਼ ਫਾਰਮ ਕੱਢਣਾ, ਖੁਦ ਭਰ ਕੇ ਉਹਨੇ ਸਾਰਾ ਪੇਪਰ ਭਰ ਕੇ ਇੰਟੈਗ੍ਰੇਟਿਡ 5 ਸਾਲ ਦੀ, 4 ਸਾਲ ਦੀ ਮਾਸਟਰ ਆਫ ਇੰਜੀਨੀਅਰ ਡਿਗਰੀ ਪਲੱਸ 1 ਸਾਲ ਦਾ, ਕਿਉਂਕਿ ਉਹਨੇ ਸਟੱਡੀ ਜਿਹੜੀ ਕੀਤੀ ਹੋਈ ਸੀਗੀ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਕੀਤੀ ਹੋਈ ਹੈ, ਔਰ ਉਸ ਦੇ ਵਿੱਚ ਉਹਦੀ ਜਿਹੜੀ ਵੇਟੇਜ ਹੈ ਉਹਨਾਂ ਨੇ ਉਹਨੂੰ ਗਿਣਤੀ ਘੱਟ ਕੀਤੀ ਸੀ, ਉਸ ਲਈ ਉਹਨਾਂ ਨੂੰ ਇੰਟਰਨੈਸ਼ਨਲ ਕਾਲਜ ਦੇ ਵਿਚਕਾਰ ਸ਼ੈਫੀਲਡ ਇੰਟਰਨੈਸ਼ਨਲ ਕਾਲਜ ਪਹਿਲਾਂ 1 ਸਾਲ ਔਰ 4 ਸਾਲ ਦੀ ਇੰਟੈਗ੍ਰੇਟਿਡ ਯੂਨੀਵਰਸਿਟੀ ਦੀ ਡਿਗਰੀ MNG ਮਟੀਰੀਅਲ ਸਾਇੰਸ 'ਚ ਬੇਟੀ ਨੇ, ਗੁਰੂ ਜੀ ਨੇ ਉਹਨੂੰ ਕਿਹਾ ਕਿ ਤੂੰ ਇਹ ਸਟਰੀਮ 'ਚ ਇੱਥੇ ਜਾ ਕੇ ਇਹ ਪੜ੍ਹਨਾ। ਮੇਰੇ ਵਰਗਾ ਬੰਦਾ ਜਿਹਨੂੰ ਮਹਾਰਾਜ ਨੇ, ਅਸੀਂ ਬੱਚਿਆਂ ਨੂੰ ਸ਼ਾਇਦ ਮੇਰੀ ਵਾਈਫ ਨਾਲ ਇਸੇ ਗੱਲ ਤੇ ਝਗੜਾ ਹੁੰਦਾ ਰਹਿੰਦਾ ਸੀ ਕਿ ਉਹ ਕਹਿੰਦੀ ਸੀ ਕੌਨਵੈਂਟ 'ਚ ਪਾਉਣਾ, ਮੈਂ ਕਹਿੰਦਾ ਸੀ ਨਹੀਂ, ਅਸੀਂ ਆਪਣੇ ਮੀਨਸ 'ਚ ਚੱਲਣਾ, ਬਾਹਰ ਨਹੀਂ ਨਿਕਲ ਸਕਦੇ ਉਸ 'ਚੋਂ। ਜਿਸ ਤਰ੍ਹਾਂ ਚੱਲ ਰਹੀ ਹੈ ਇੰਗਲਿਸ਼ ਮੀਡੀਅਮ ਸਕੂਲ ਹੈ, ਅੱਛਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਬਟ ਮੈਂ ਇਹ ਕੌਨਵੈਂਟ ਸਕੂਲ 'ਚ ਨਹੀਂ ਪਾ ਸਕਦਾ। ਗੁਰੂ ਜੀ ਨੇ ਉਸ ਸਿਸਟਮ ਤੋਂ ਕੱਢ ਕੇ ਲਿਆ ਕੇ ਕਿੱਥੇ ਭੇਜਿਆ? ਯੂਕੇ ਦੀ 5 ਸਾਲ ਦੀ ਸਟੱਡੀ, ਆਪਾਂ ਸਮਝ ਸਕਦੇ ਹਾਂ ਕਿ ਕੀ ਪੋਜੀਸ਼ਨ ਹੈ ਉਹਦੀ। ਮਹਾਰਾਜ ਨੇ ਸਟੱਡੀ ਪੂਰੀ ਕਰਾਈ 5 ਸਾਲ ਦੀ ਉਹਦੇ ਕੋਲੋਂ, ਬੜੇ ਅਪਸ ਐਂਡ ਡਾਊਨਸ ਆਏ ਉਹਦੀ ਹੈਲਥ ਦੇ, ਉਹਦੇ ਵਿਚਕਾਰ ਬੜੀਆਂ ਤਕਲੀਫ ਆਈਆਂ, ਪਰ ਉਹ ਬੱਚਾ ਮਹਾਰਾਜ ਨੇ ਉਹਨੂੰ ਉਹ ਸਾਰੇ ਸਿਸਟਮ 'ਚੋਂ, ਜਿੱਥੇ ਤੁਸੀਂ ਇਹ ਸੋਚ ਲਓ ਕਿ ਜਿਹੜਾ ਬੱਚਾ ਲੁਧਿਆਣੇ ਤੋਂ ਬਠਿੰਡੇ, ਤਾਂ ਜਦੋਂ ਬਠਿੰਡੇ ਤੋਂ ਲੁਧਿਆਣੇ ਵਾਪਸ ਆਉਂਦਾ ਹੁੰਦਾ ਸੀ, ਹਰ 10 ਮਿੰਟ ਬਾਅਦ 15 ਮਿੰਟ ਬਾਅਦ ਮੇਰੀ ਗੱਲ ਹੁੰਦੀ ਸੀ ਵੀ ਹੁਣ ਤੂੰ ਇਸ ਟਾਈਮ ਇੱਥੇ ਹੋਣੀ ਚਾਹੀਦੀ ਹੈ। ਔਰ ਬੱਚੇ ਨੇ ਕਦੀ ਫਲਾਈ ਨਹੀਂ ਸੀ ਕੀਤਾ, ਉਹ ਬੱਚਾ ਇਕੱਲਾ ਇੱਥੋਂ ਦੀ ਫਲਾਈ ਕਰਕੇ ਯੂਕੇ ਪਹੁੰਚਿਆ, ਯੂਨੀਵਰਸਿਟੀ ਪਹੁੰਚਿਆ ਕੈਂਪਸ 'ਚ, ਔਰ ਉੱਥੇ ਵੀ ਗੁਰੂ ਨੇ ਕਿਹਾ ਕਿ ਤੈਨੂੰ ਇਹ ਬੰਦਾ, ਇਹ ਬੱਚਾ ਤੈਨੂੰ ਤੇਰੀ ਹੈਲਪ ਕਰਨ ਆਏਗਾ। ਔਰ ਐਡਾ ਵੱਡਾ ਬੈਗ ਸੀਗਾ ਕਿ ਜਿੰਨੀ ਕੁ ਹਾਈਟ ਦੀ ਵੀ ਛੋਟੀ, ਉਹ ਜਿੰਨੀ ਕੁ ਉਸ ਟਾਈਮ ਕਮਜ਼ੋਰ ਸੀਗੀ, ਸੋ ਸਾਨੂੰ ਆਪ ਨੂੰ ਲੱਗਦਾ ਸੀ ਕਿ 30 ਕਿਲੋ ਦਾ ਬੈਗ ਹੈਗਾ ਤੇ 25 ਕਿਲੋ ਦੀ ਤੂੰ ਹੋ ਗਈ ਹੈ, ਕਿਵੇਂ ਗੁਰੂ ਜੀ ਇਹ ਕਿਸ ਤਰ੍ਹਾਂ ਹੋਏਗਾ? ਪਰ ਮਹਾਰਾਜ ਨੇ ਸਭ ਕੁਝ ਕਰਵਾਇਆ। 4th ਫਲੋਰ ਤੇ ਉਹਦਾ ਰੂਮ ਸੀ, ਕੋਈ ਲਿਫਟ ਨਹੀਂ ਸੀ, ਉੱਥੋਂ ਦੇ ਇੱਕ ਸਟੂਡੈਂਟ ਨੇ ਉਹਦੀ ਹੈਲਪ ਕੀਤੀ, ਔਰ ਉਸ ਤੋਂ ਬਾਅਦ ਉਸ ਨੇ ਆਪਣੇ ਫ੍ਰਿਜ ਦੇ ਵਿੱਚ, ਰੈਫਰੀਜਰੇਟਰ 'ਚ ਜਿਹੜਾ ਸਮਾਨ ਰੱਖਿਆ ਹੋਇਆ ਸੀ, ਗੁਰੂ ਨੇ ਪਹਿਲਾਂ ਹੀ ਦੱਸਤਾ ਸੀ ਕਿ ਤੈਨੂੰ ਇੱਥੇ ਖਾਣ ਨੂੰ ਇਹ ਚੀਜ਼ ਮਿਲੇਗੀ, ਕਿਉਂਕਿ ਸ਼ੀ ਇਜ਼ ਵੈਜੀਟੇਰੀਅਨ। ਗੁਰੂ ਦੀ ਕਿਰਪਾ ਨਾਲ ਉਹਨੂੰ ਉਹੀ ਚੀਜ਼, ਚਾਕਲੇਟ ਔਰ ਜੋ ਬਿਸਕੁਟ ਵਗੈਰਾ ਖਾਣ ਨੂੰ ਮਿਲੇ। ਔਰ ਗੁਰੂ ਨੇ ਕਿਹਾ ਸੀ ਕਿ ਇਹ ਸਤਸੰਗ ਜਿਹੜਾ ਮੈਂ ਤੈਨੂੰ ਦੇ ਰਿਹਾ ਵਾਂ, ਦੱਸ ਰਿਹਾ ਵਾਂ, ਇਹ ਸਤਸੰਗ ਉਨੀ ਤੇ ਤਾਂ ਡਿਸਕਲੋਜ਼ ਨਹੀਂ ਕਰਨਾ ਜਦ ਤੱਕ ਤੂੰ ਉੱਥੇ ਨਹੀਂ ਪਹੁੰਚ ਜਾਂਦੀ, ਜਹਾਜ਼ ਨਹੀਂ ਚੜ ਜਾਂਦੀ। ਗੁਰੂ ਕਹਿੰਦੇ ਜਹਾਜ਼ ਚੜਨ ਲੱਗਿਆ ਸਾਰਿਆਂ ਨੂੰ ਬਾਏ ਬਾਏ ਕਰਕੇ ਜਾਈ। ਉਹ ਤੁਸੀਂ ਯਕੀਨ ਮੰਨੋ ਕਿ ਵੱਡੇ ਭਾਈ ਸਾਹਿਬ, ਮੰਮੀ ਡੈਡੀ ਦੋਨੋਂ ਬ੍ਰਦਰਸ ਨੂੰ, ਕਿਸੇ ਨੂੰ ਵੀ ਮਹਾਰਾਜ ਨੇ ਆਗਿਆ ਨਹੀਂ ਸੀ ਦਿੱਤੀ ਕਿ ਜਦੋਂ ਜਾਣ ਲੱਗੀ ਸੀਗੀ ਫਲਾਈਟ ਫੜਨੀ ਸੀ, ਉਸ ਰਾਤ ਦਿੱਲੀ ਪਹੁੰਚ ਕੇ ਉਹਨਾਂ ਮੰਮੀ ਡੈਡੀ ਨੂੰ ਵੀ, ਉਹ ਸਾਰਿਆਂ ਨੂੰ ਕਿਹਾ ਗਿਆ ਸੀ ਕਿ ਦਿਵਿਆਨੀ ਉੱਥੇ ਜਾ ਰਹੀ ਹੈ। ਉੱਥੇ ਪਹੁੰਚ ਕੇ ਗੁਰੂ ਨੇ ਉਤੋਂ ਸਟੱਡੀ ਕਰਵਾਈ। ਇੱਥੋਂ ਜਾਣ ਤੋਂ ਪਹਿਲਾਂ ਮਹਾਰਾਜ ਨੇ ਉਹਨੂੰ ਕਿਹਾ ਸੀ ਕਿ ਤੂੰ ਇੱਥੋਂ ਦੀ ਇੱਕ ਮੇਰਾ 5 ਮੀਟਰ ਦਾ ਚੋਲਾ, ਮੇਰੇ ਚਰਨ ਔਰ ਮੇਰਾ ਸਰੂਪ ਨਾਲ ਲੈ ਕੇ ਜਾਣਾ, ਔਰ ਨਾਲ ਸ਼ਿਵ ਪੁਰਾਣ ਲੈ ਕੇ ਜਾਣਾ। ਸੰਗਤ ਜੀ, ਅਸੀਂ ਲੁਧਿਆਣੇ 'ਚ ਐਵਰੇਜ ਦਾ ਸਤਸੰਗ ਕਰਦੇ ਹਾਂ, ਉਹਦੇ 'ਚ ਗੁਰੂ ਦੀ ਮਹਾਰਾਜ ਦਾ ਜਿਹੜੀ ਗੱਦੀ ਲਗਾਈ ਦੀ ਹੈ, ਸਿੰਗਲ ਸੀਟਰ ਸੋਫਾ, ਉਹਦੇ 'ਚ 2.25 ਮੀਟਰ ਦਾ ਚੋਲਾ ਮਹਾਰਾਜ ਦਾ ਲੱਗਦਾ, ਜਿਹਦੇ 'ਚ ਮਹਾਰਾਜ ਉਹ ਗੱਦੀ ਕਵਰ ਹੋ ਜਾਂਦੀ ਹੈ। ਉਹ ਸੰਗਤ ਗੁਰੂ ਮਹਾਰਾਜ ਆਰਾਮ ਨਾਲ ਆ ਕੇ ਉੱਤੇ ਵਿਰਾਜਮਾਨ ਹੋ ਜਾਂਦੇ ਨੇ। ਪਰ ਬੜੀ ਮਨ 'ਚ ਸੋਚ ਸੀ ਕਿ 5 ਮੀਟਰ ਦਾ ਚੋਲਾ, ਇੱਕ ਇਨਸਾਨੀ ਹਾਂ ਅਸੀਂ, ਹਰ ਗੱਲ ਦੇ ਉੱਤੇ ਕਿੰਤੂ ਪਰੰਤੂ ਲੱਗਦੀ ਹੈ। ਔਰ ਗੁਰੂ ਨੇ ਕਿਹਾ ਸੀ ਕਿ ਇਹ ਆਪਣਾ ਸਤਸੰਗ ਤੂੰ ਉੱਥੇ ਜਾ ਕੇ ਸੁਣਾਉਣਾ ਹੈ, ਯੂਕੇ ਜਾ ਕੇ। ਜਿਹੜਾ ਬੱਚੇ ਨੇ ਇੱਥੇ ਦਾ ਵੀ ਕਿਸੇ ਨੂੰ ਨਾ ਜਾਣਦਾ ਹੋਵੇ, ਵਿਦਿਨ 7 days 'ਚ ਮੇਰੀ ਬੇਟੀ ਨੇ ਪਹਿਲਾ ਸਤਸੰਗ ਆਪਣਾ ਸ਼ੇਅਰ ਕੀਤਾ ਸੀਗਾ ਮੈਨਚੈਸਟਰ ਜਾ ਕੇ, ਪ੍ਰਵੀਨ ਅੰਕਲ ਦੇ ਘਰ ਜਾ ਕੇ। ਉੱਥੇ ਪ੍ਰਵੀਨ ਅੰਕਲ ਦੇ ਨਹੀਂ, ਪ੍ਰਵੀਨ ਅੰਕਲ ਆਰਗੇਨਾਈਜ਼ਰ ਨੇ, ਉੱਥੇ ਜਾ ਕੇ ਸਤਸੰਗ ਤੇ, ਔਰ ਨਾਲ ਆਪਣਾ ਚੋਲਾ ਲੈ ਕੇ ਗਈ ਸੀ, ਮਹਾਰਾਜ ਦੇ ਚਰਨ ਲੈ ਕੇ ਗਈ, ਮਹਾਰਾਜ ਦਾ ਸਰੂਪ ਲੈ ਕੇ ਗਈ। ਔਰ ਜਾ ਕੇ ਉਹਨੇ ਸਾਨੂੰ ਜਦੋਂ ਉੱਥੋਂ ਦੀ ਪਿਕ ਭੇਜੀ ਦਰਬਾਰ ਦੀ, ਔਰ ਅਸੀਂ ਸੋਚ ਕੇ ਹੈਰਾਨ ਹੋ ਗਏ ਕਿ ਉੱਥੇ ਉਹ ਕਾਊਚ ਸੀ, ਜਿਸ ਤਰ੍ਹਾਂ ਆਪਣੇ ਤਖਤ ਪੋਸ਼ ਹੁੰਦਾ ਨਾ, ਜੇ ਆਪਾਂ ਸੈਟੀ ਕਹਿ ਸਕਦੇ ਹਾਂ, ਉਸ ਟਾਈਪ ਦੇ ਉੱਤੇ ਉਹ ਮਹਾਰਾਜ ਦਾ ਦਰਬਾਰ ਲਗਾਉਂਦੇ ਨੇ। ਉਹਦੇ ਤੇ ਮਹਾਰਾਜ ਦਾ ਸਰੂਪ ਵੀ ਰੱਖ ਦਿੰਦੇ ਨੇ, ਹੋਰ ਵੀ ਕਾਫੀ ਕੁਝ ਹੁੰਦਾ। ਉਹਨਾਂ ਨੇ ਉਹ ਸਿਸਟਮ ਉੱਥੇ ਬਣਾਇਆ ਹੋਇਆ, ਜੋ ਅਸੀਂ ਪਹਿਲੇ ਸਤਸੰਗ 'ਚ ਦੇਖਿਆ ਸੀਗਾ। ਹੁਣ ਅੱਜ ਮਹਾਰਾਜ ਦੀ ਗੱਦੀ ਵੀ ਲਗਾਉਂਦੇ ਨੇ, ਸਾਰਾ ਕੁਝ ਕਰਦੇ ਨੇ। ਬਟ ਉਹ ਜਿਹੜਾ ਪਹਿਲਾ ਸਤਸੰਗ ਅਟੈਂਡ ਕੀਤਾ ਸੀਗਾ, ਉਸ ਦੇ ਉੱਤੇ ਉਹ ਪੂਰਾ ਚੋਲਾ 5 ਮੀਟਰ ਦਾ ਚੋਲਾ ਹੀ ਲੱਗ ਸਕਦਾ ਸੀਗਾ, ਨਾ ਉੱਪਰ ਨਾ ਥੱਲੇ। ਦਿਵਿਆਨੀ ਕਿਉਂਕਿ ਨਾਲ ਲੈ ਕੇ ਗਈ ਸੀ ਚੋਲਾ, ਮਹਾਰਾਜ ਦੇ ਉਹਨੇ ਚਰਨਾਂ 'ਚ ਰੱਖਿਆ।
ਵਿਚੋਲਾ ਲਗਾ ਕੇ ਘਰ ਵਾਪਸ ਆਈ। ਇਹਨੂੰ ਕਹਿੰਦੀ ਪਾਪਾ ਦੇਖੋ ਗੁਰੀ ਨੇ ਪਹਿਲਾ ਸਤਸੰਗ ਇੱਥੇ ਸ਼ੇਅਰ ਕਰਾਇਆ ਔਰ ਚੋਲਾ ਵੀ ਉਸ ਪੂਰੀ ਦੀ ਪੂਰੀ ਡਾਇਮੈਂਸ਼ਨਸ ਉਨੀ ਸੀ ਜਿਹੜਾ ਕਿ ਸਾਡੇ ਦਿਮਾਗ ਦੇ ਵਿੱਚ ਅਸੀਂ ਜ਼ਿੰਦਗੀ 'ਚ ਨਹੀਂ ਸੋਚ ਸਕਦੇ ਕਿ ਕੀ ਇਹ ਵੀ ਕੁਝ ਹੋ ਸਕਦਾ ਹੈ। ਮਹਾਰਾਜ ਦੀ ਅਸੀਂ ਕਿੱਥੇ ਕਿੱਥੇ ਗੁਣਗਾਨ ਕਰੀਏ, ਨਹੀਂ ਕਰ ਸਕਦੇ। ਉਹਨਾਂ ਦਾ ਦੇਣੀਆਂ ਨਹੀਂ ਦੇ ਸਕਦੇ ਜਿੰਨਾ ਸਾਨੂੰ ਉਹ ਸੇਵਾ ਔਰ ਜਿੰਨਾ ਆਪਣੇ ਨਾਲ ਜੋੜ ਕੇ ਰੱਖਿਆ ਹੈ। ਉਸ ਤੋਂ ਵੱਡੀ ਸਾਡੇ ਨਾਲ ਹੋਰ ਕੀ ਹੋ ਸਕਦਾ ਹੈ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹਾਂਗਾ। ਗੁਰੂ ਮਹਾਰਾਜ ਦੇ ਚਰਨਾਂ 'ਚ ਬਹੁਤ ਬਹੁਤ ਸ਼ੁਕਰਾਨਾ ਹੈ, ਬਹੁਤ ਬਹੁਤ ਸ਼ੁਕਰਾਨਾ ਹੈ। ਉਹਨਾਂ ਦੇ ਚਰਨਾਂ 'ਚ ਬੈਠੀਏ, ਉਹਨਾਂ ਨਾਲ ਜੁੜੀਏ, ਆਪਣਾ ਕਨੈਕਸ਼ਨ ਆਪ ਬਣਾਈਏ। ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ। ਥੈਂਕ ਯੂ। ਕੋਈ ਗਲਤੀ ਹੋਈ ਹੋਵੇ ਉਹਦੇ ਲਈ ਮਾਫੀ ਚਾਹਾਂਗਾ। ਜੈ ਗੁਰੂ ਜੀ।